बंदिया जप ले यसू जी दा नाम, शुद्ध होवे तेरी आत्मा। बंदिया जप ले यसू जी दा नाम। छट बुराई ओदा नाम जप सजना, नाम जप सजना। दुखां दे समुंदरां चों जे तू पार लंघना, जे तू पार लंघना। बंदिया जप ले यसू जी दा नाम। बंदिया जप ले यसू जी दा नाम। झूठा संसार सारा झूठी दी शान, झूठी दी शान। एक दिन छड़ जाना जी दे उत्ते माने, जी दे उत्ते माने। बंदिया जप ले यसू जी दा नाम। बंदिया जप ले यसू जी दा नाम। जिन्हां तू पूजदा ऐ मुँह नहीं बोल दे, मुँह नहीं बोल दे। लख वाजा मार पावे अखां नहीं खोल दे, अखां नहीं खोल दे। बंदिया जप ले यसू जी दा नाम। बंदिया जप ले यसू जी दा नाम। एक दिन यसू इस दुनिया ते आवेगा, दुनिया ते आवेगा। फिर दस बंदे तू किधर नू जावेगा, किधर नू जावेगा। बंदिया जप ले यसू जी दा नाम। बंदिया जप ले यसू जी दा नाम।
ਆਮੀਨ। ਅੱਜ ਜੋ ਅਸੀਂ ਪੜਾਂਗੇ ਉਹ ਪੂਛ ਦਾ ਅਧਿਆਇ 12 ਤੋਂ ਆ, ਜਿਹਦੇ ਵਿੱਚ ਪਸਾਹ ਦੇ ਬਾਰੇ ਦੱਸਿਆ, ਜਿਹਨੂੰ ਪਾਸ ਓਵਰ ਕਹਿੰਦੇ ਆ। ਪਸਾਹ ਦਾ ਤਿਉਹਾਰ ਉਹ ਆ ਕਿ ਜਦੋਂ ਪਰਮੇਸ਼ਵਰ ਮਿਸਰ ਦੇਸ਼ ਦੇ ਉੱਤੋਂ ਦੀ ਲੰਘਿਆ, ਜਦੋਂ ਮਿਸਰ ਦੇਸ਼ੀਆਂ ਦੇ ਜੇਠੇ ਮਰਨ ਲੱਗ ਪਏ, ਪਰ ਉਸ ਮੌਤ ਤੋਂ ਪਹਿਲਾਂ ਪਰਮੇਸ਼ਵਰ ਮੋਜ਼ਿਸ ਨਾਲ ਗੱਲ ਕਰਦਾ ਕਿ ਉਹ ਮਿਸਰ ਦੇ ਉੱਤੋਂ ਲੰਘੇਗਾ ਅਤੇ ਹਰੇਕ ਜੇਠੇ ਦੀ ਜਾਨ ਉਹ ਲਊਗਾ, ਕਿਉਂਕਿ ਜਿਸ ਤਰ੍ਹਾਂ ਮਿਸਰੀਆਂ ਨੇ ਯਹੂਦੀਆਂ ਦੇ ਬੱਚਿਆਂ ਨੂੰ ਮਾਰਿਆ ਸੀ, ਉਸੇ ਤਰ੍ਹਾਂ ਹੁਣ ਰੱਬ ਦਾ ਨਿਆਂ ਮਿਸਰੀਆਂ ਉੱਤੇ ਆਉ, ਉਹਨਾਂ ਦੇ ਜੇਠੇ ਮਰਨਗੇ। ਸੋ ਪਰਮੇਸ਼ਵਰ ਨੇ ਦੱਸਿਆ ਕਿ ਅੱਜ ਦਾ ਦਿਨ, ਅੱਜ ਦੀ ਰਾਤ ਜੋ ਪਾਸਓਵਰ ਦੀ ਰਾਤ ਆ, ਉਹ ਤੁਸੀਂ ਹਰ ਸਾਲ ਮਨਾਣੀ, ਕਿਉਂਕਿ ਪਾਸਓਵਰ ਤੁਹਾਡੇ ਸਾਲ ਦਾ ਪਹਿਲਾ ਮਹੀਨਾ ਹੋਵੇਗਾ। ਪਾਸਓਵਰ ਉਹ ਸਮਾਂ ਕਿ ਜਦੋਂ ਪਰਮੇਸ਼ਵਰ ਯਹੂਦੀਆਂ ਨੂੰ ਗੁਲਾਮੀ ਤੋਂ ਆਜ਼ਾਦ ਕਰੇਗਾ, ਅਤੇ ਸਾਡੇ ਪਰਮੇਸ਼ਵਰ ਜੀਸਸ ਦਾ ਤਲਕ ਇਸ ਪਾਸਓਵਰ ਦੇ ਨਾਲ ਇੱਕਦਮ ਮਿਲਦਾ, ਕਿਉਂਕਿ ਜ਼ਰੂਰੀ ਸੀ ਕਿ ਜਿਸ ਤਰ੍ਹਾਂ ਉਹ ਮੇਮਣਾ ਮਾਰਿਆ ਜਾਂਦਾ ਅਤੇ ਜਿਸ ਟਾਈਮ ਤੇ ਵਕਤ ਤੇ ਕਿ ਉਸੇ ਵਕਤ ਦੇ ਉੱਤੇ ਜੀਸਸ ਵੀ ਕ੍ਰਾਸ ਤੇ ਮਰੇ, ਕਿਉਂਕਿ ਉਹ ਵੀ ਪਰਮੇਸ਼ਵਰ ਦਾ ਮੇਮਣਾ ਬਣ ਕੇ ਜਗਤ ਦੇ ਵਿੱਚ ਆਏ ਸੀ। ਅਸੀਂ ਦੇਖਦੇ ਹਾਂ ਕਿ ਯਹੂਦੀ ਕਈਆਂ ਦੀ ਜ਼ਮੀਨ ਤੇ ਰਹਿੰਦੇ ਸੀ, ਪਰ ਪਰਮੇਸ਼ਵਰ ਨੂੰ ਪਤਾ ਸੀ ਕਿ ਗਾਹਾਂ ਕੀ ਹੋਣ ਵਾਲਾ, ਕਿ ਦੁਨੀਆ ਉੱਤੇ ਕਾਲ ਆਉਣ ਵਾਲਾ, ਅਤੇ ਪਰਮੇਸ਼ਵਰ ਨੇ ਰਾਹ ਬਣਾਇਆ ਕਿ ਉਹ ਯਹੂਦੀ ਇਸ ਕਾਲ ਤੋਂ ਬਚ ਸਕਣ, ਕਿਉਂਕਿ ਪਰਮੇਸ਼ਵਰ ਜਾਣਦਾ ਸੀ ਕਈ ਇਸ ਕਾਲ ਦੇ ਵਿੱਚ ਜੋ ਆਉਣ ਵਾਲਾ ਮਾਰੇ ਜਾਣਗੇ। ਪਰਮੇਸ਼ਵਰ ਸਾਡੀ ਸੋਚਣ ਤੋਂ ਪਹਿਲਾਂ ਹੀ ਰਾਹ ਤਿਆਰ ਕਰਦਾ। ਅਸੀਂ ਹੁਣ ਇੱਕਦਮ ਪਿੱਛੇ ਜਾਣੇ ਕਹਾਣੀ ਤੇ ਕਿ ਜਦੋਂ ਜੈਕਬ ਅਤੇ ਉਹਦੇ 12 ਲੜਕੇ ਉਹਦੇ ਨਾਲ ਸੀ, ਤਾਂ ਅਸੀਂ ਦੇਖਦੇ ਆ ਕਿ ਉਹਨਾਂ ਵਿੱਚੋਂ ਜਿਹੜਾ ਜੋਸਫ ਸੀ ਉਹ ਰੱਬ ਵੱਲੋਂ ਚੁਣਿਆ ਗਿਆ ਸੀ। ਪਰਮੇਸ਼ਵਰ ਨੇ ਉਹਨੂੰ ਸੁਪਨੇ ਵੀ ਦਿੱਤੇ ਕਿ ਇੱਕ ਦਿਨ ਉਹਦੇ ਭਰਾ ਉਹਦੇ ਮੋਰੇ ਨਿਭਣਗੇ। ਉਹਦੇ ਭਰਾ ਉਹਨੂੰ ਨਫ਼ਰਤ ਕਰਨ ਲੱਗੇ, ਅਤੇ ਜਿਸ ਤਰ੍ਹਾਂ ਅਸੀਂ ਸਾਰੇ ਕਹਾਣੀ ਜਾਣਦੇ ਆ ਕਿ ਉਹਨੇ ਜੋਸਫ ਨੂੰ ਵੇਚ ਦਿੱਤਾ। ਤਾਂ ਉਹਨੇ ਕਿਹਾ ਕਿ ਹੁਣ ਅਸੀਂ ਦੇਖਾਂਗੇ ਕਿ ਇਹਦੇ ਸੁਪਨਿਆਂ ਦਾ ਕੀ ਹੁੰਦਾ ਆ। ਇਹਨੂੰ ਤਾਂ ਸੁਪਨੇ ਆਏ ਸੀ ਕਿ ਅਸੀਂ ਮੱਥਾ ਟੇਕਾਂਗੇ। ਤਾਂ ਉਹਨੇ ਜੋਸਫ ਨੂੰ ਮਿਸਰ ਉਹ ਵੇਚਤਾ, ਤੇ ਵਪਾਰੀਆਂ ਨੇ ਜਾ ਕੇ ਉਹਨੂੰ ਮਿਸਰ ਦੇ ਵਿੱਚ, ਜਾਂ ਜਿਹਨੂੰ ਈਜਿਪਟ ਕਹਿੰਦੇ ਆ, ਉੱਥੇ ਵੇਚ ਦਿੱਤਾ। ਅਤੇ ਅਸੀਂ ਜਾਣਦੇ ਕਿ ਮਿਸਰ ਦੇਸ਼ ਦੇ ਵਿੱਚ ਵੀ ਜੋਸਫ ਉੱਤੇ ਵਿਪਤਾ ਆਈ। ਉਹਦਾ ਕੋਈ ਕਸੂਰ ਨਹੀਂ ਸੀ, ਬੇਕਸੂਰੇ ਨੂੰ ਕੈਦ ਦੇ ਵਿੱਚ ਡੱਕਿਆ ਗਿਆ, ਅਤੇ ਉਸੇ ਹੀ ਕੈਦ ਦੇ ਵਿੱਚ ਰਾਜੇ ਦੇ 2 ਨੌਕਰ ਸੀ ਜੋ ਕਿ ਉਸ ਕੈਦ ਵਿੱਚ ਸੀ, ਅਤੇ ਉਹਨਾਂ ਦੋਨਾਂ ਨੂੰ ਇੱਕ ਦਿਨ ਸੁਪਨਾ ਆਉਂਦਾ। ਤਾਂ ਜੋਸਫ ਉਹਨਾਂ ਦੇ ਸੁਪਨੇ ਦਾ ਮਤਲਬ ਦੱਸਦਾ, ਅਤੇ ਜਿਸ ਤਰ੍ਹਾਂ ਜੋਸਫ ਨੇ ਕਿਹਾ ਸੀ ਉਹਨਾਂ ਦੇ ਸੁਪਨੇ ਐਨ ਉਸੇ ਤਰ੍ਹਾਂ ਹੋਏ ਜਿਸ ਤਰ੍ਹਾਂ ਉਸਨੇ ਮਤਲਬ ਦੱਸਿਆ ਸੀ। ਸਮਾਂ ਬੀਤ ਗਿਆ। ਇੱਕ ਦਿਨ ਰਾਜੇ ਨੂੰ ਸੁਪਨਾ ਆਉਂਦਾ, ਮੈਂ ਕਹਾਣੀ ਬਹੁਤ ਛੋਟੀ ਕਰ ਰਿਹਾ, ਰਾਜੇ ਨੂੰ ਸੁਪਨਾ ਆਉਂਦਾ, ਮਿਸਰ ਦੇਸ਼ ਦੇ ਰਾਜੇ ਨੂੰ, ਅਤੇ ਉਹ ਸੁਪਨਾ ਉਹਨੂੰ ਤੰਗ ਕਰਦਾ। ਉਹ ਆਪਣੇ ਸਾਰੇ ਜਾਦੂਗਰ, ਆਪਣੇ ਚੇਲੇ, ਪੰਡਤ, ਗੁਣੀ ਗਿਆਨੀ ਸਾਰਿਆਂ ਨੂੰ ਸੱਦਦਾ ਕਿ ਕੋਈ ਉਹਦੇ ਸੁਪਨੇ ਦਾ ਮਤਲਬ ਦੱਸੇ, ਪਰ ਉਹਦੇ ਰਾਜ ਦੇ ਵਿੱਚ ਕੋਈ ਵੀ ਉਹਦੇ ਸੁਪਨੇ ਦਾ ਮਤਲਬ ਦੱਸ ਨਹੀਂ ਸਕਿਆ। ਪਰ ਉਹ ਆਦਮੀ ਜਿਹੜਾ ਕਿ ਰਾਜੇ ਦੇ ਪਿਆਲੇ ਵਿੱਚ ਸ਼ਰਾਬ ਪਾਉਂਦਾ ਸੀ, ਉਹ ਕਹਿੰਦਾ ਮੈਨੂੰ ਹੁਣ ਯਾਦ ਆਇਆ ਕਿ ਜਦੋਂ ਅਸੀਂ ਕੈਦ ਦੇ ਵਿੱਚ ਸੀ, ਸਾਨੂੰ ਸੁਪਨੇ ਆਏ ਸੀ, ਉੱਥੇ ਇੱਕ ਯਹੂਦੀ ਲੜਕਾ ਸੀ ਜਿਨ ਸਾਡੇ ਸੁਪਨਿਆਂ ਦਾ ਮਤਲਬ ਦੱਸਿਆ, ਜੋ ਨੇ ਕਿਹਾ ਪੂਰਾ ਹੋਇਆ। ਤਾਂ ਰਾਜੇ ਦੇ ਮੂਹਰੇ ਜੋਸਫ ਨੂੰ ਪੇਸ਼ ਕੀਤਾ ਗਿਆ, ਕੈਦ ਤੋਂ ਬਾਹਰ ਕੱਢਿਆ ਗਿਆ, ਅਤੇ ਜੋਸਫ ਨੇ ਦੱਸਿਆ ਕਿ ਜਿਹੜਾ ਸੁਪਨਾ ਆਇਆ ਉਹ ਰੱਬ ਵੱਲੋਂ, ਕਿ ਗਾਹਾਂ 7 ਸਾਲ ਬਹੁਤ ਕਾਮਯਾਬੀ ਦੇ ਹੋਣੇ, ਜਦੋਂ ਕਿ ਅਨਾਜ ਕਾਫੀ ਪਕਣਾ ਮਿਸਰ ਦੇ ਵਿੱਚ, ਅਤੇ ਮਿਸਰ ਪੂਰੀ ਕਾਮਯਾਬੀ ਵਿੱਚ 7 ਸਾਲ ਰਹੂੰਗਾ। ਪਰ 7 ਸਾਲ ਤੋਂ ਬਾਅਦ ਬਹੁਤ ਮਾੜਾ ਕਾਲ ਆ ਰਿਹਾ। ਤਾਂ ਜੋਸਫ ਰਾਜੇ ਨੂੰ ਦੱਸਦਾ ਕਿਸ ਤਰ੍ਹਾਂ ਅਨਾਜ ਜਮ੍ਹਾਂ ਕਰਨਾ, ਜਦੋਂ ਕਿ ਰੱਬ ਨੇ ਕਾਮਯਾਬੀ ਦੇਣੀ, ਤਾਂ ਕਿ ਜਦੋਂ ਕਾਲ ਆਵੇ ਉਹ ਅਨਾਜ ਵਰਤਿਆ ਜਾਵੇ। ਅਤੇ ਰਾਜੇ ਨੇ ਜੋਸਫ ਨੂੰ ਮਿਸਰ ਦਾ ਰਾਜਕੁਮਾਰ ਬਣਾਇਆ,
ਉਸਨੇ ਕਿਹਾ ਕਿ 9 ਦੇ ਵਿੱਚ ਮੈਂ ਰਾਜਾ ਆ, ਪਰ ਸਾਰੇ ਕੰਮ ਤੇਰੇ ਰਾਹੀਂ ਹੋਣਗੇ, ਤੂੰ ਸਾਰੇ ਕੰਮ ਕਰੂੰਗਾ। ਅਤੇ ਉਸਨੇ ਸਾਰਿਆਂ ਨੂੰ ਹੁਕਮ ਦਿੱਤਾ ਕਿ ਸਾਧਵੀ ਦਾ ਕਹਿਣਾ ਮੰਨਣਾ, ਜੋ ਵੀ ਇਹ ਕਹਿੰਦਾ ਉਹ ਕਰਨਾ। ਆਦਮੀ ਜਿਹੜਾ ਕਿ ਗੁਲਾਮੀ ਤੌਰ ਤੇ ਵੇਚਿਆ ਗਿਆ, ਜਿਹਦੇ ਭਰਾਵਾਂ ਨੇ ਉਹਨੂੰ ਵੇਚ ਦਿੱਤਾ, ਹੁਣ ਉਹ ਮਿਸਰ ਦਾ ਰਾਜਕੁਮਾਰ ਬਣਿਆ। ਅਤੇ ਜਿੱਥੇ ਉਹਦੇ ਭਰਾ ਰਹਿੰਦੇ ਸੀ ਉੱਥੇ ਵੀ ਕਾਲ ਪਿਆ। ਤਾਂ ਜਿਸ ਤਰ੍ਹਾਂ ਕਹਾਣੀ ਅਸੀਂ ਜਾਣਦੇ ਹਾਂ ਕਿ ਉਹਦੇ ਭਰਾ ਵੀ ਆਏ, ਉਹਦੇ ਮੂਹਰੇ ਮੱਥਾ ਟੇਕੇ, ਉਹਨੂੰ ਪਹਿਚਾਣਿਆ ਨਹੀਂ ਕਿ ਸਾਡਾ ਭਰਾ ਜੋਸਫ ਆ, ਪਰ ਅੰਤ ਚੋਂ ਦੱਸਦਾ ਉਹਨਾਂ ਨੂੰ ਕਿ ਮੈਂ ਤੁਹਾਡਾ ਭਰਾ ਆ। ਤਾਂ ਉਸਨੇ ਕਿਹਾ ਕਿ ਮੇਰੇ ਪਿਤਾ ਨੂੰ ਤਾਂ ਜੋ ਵੀ ਉਹਦਾ ਟੱਬਰ ਸਾਰੇ ਮਿਸਰ ਦੇ ਵਿੱਚ ਆ ਜਾਓ। ਤਾਂ ਜਿੰਨੇ ਵੀ ਜੇਕਬ ਦੇ ਲੜਕੇ ਪੁੱਤ ਪੋਤੇ ਸੀਗੇ ਉਹ ਸਾਰੇ ਹੀ ਮਿਸਰ ਦੇਸ਼ ਦੇ ਵਿੱਚ ਹੁਣ ਆ ਗਏ। ਕਈ ਸਾਲ ਬੀਤ ਗਏ। ਬਾਈਬਲ ਦੱਸਦੀ ਹੈ ਕਿ ਜਿਹੜੀ ਪਾਸਓਵਰ ਦੀ ਕਹਾਣੀ ਹੈ, ਉਸ ਟਾਈਮ ਤੇ 430 ਸਾਲ ਹੋ ਗਿਆ ਸੀ ਇਹਨਾਂ ਨੂੰ ਉੱਥੇ ਰਹਿੰਦਿਆਂ ਨੂੰ। ਜਿਹੜਾ ਬਾਅਦ ਦੇ ਵਿੱਚ ਰਾਜਾ ਆਇਆ, ਅਖੀਰਲਾ ਰਾਜਾ ਫੈਰੋ, ਉਸਨੇ ਯਹੂਦੀਆਂ ਨੂੰ ਗੁਲਾਮ ਬਣਾਇਆ, ਯਹੂਦੀਆਂ ਨੂੰ ਤੰਗ ਕੀਤਾ, ਉਹਨਾਂ ਦੇ ਬੱਚੇ ਉਸਨੇ ਮਰਵਾਏ ਅਤੇ ਉਸਨੇ ਕਾਫੀ ਤਸੀਹੇ ਯਹੂਦੀਆਂ ਨੂੰ ਦਿੱਤੇ। ਯਹੂਦੀਆਂ ਨੇ ਪਰਮੇਸ਼ਵਰ ਮੂਹਰੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਉਹਨਾਂ ਨੂੰ ਇਸ ਗੁਲਾਮੀ ਤੋਂ ਬਚਾਵੇ। ਹੁਣ ਉਹਨਾਂ ਨੂੰ ਰਹਿੰਦਿਆਂ ਨੂੰ 400 ਸਾਲ ਤੋਂ ਉੱਤੇ ਹੋ ਗਿਆ। ਹੁਣ ਯਹੂਦੀਆਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੋ ਗਈ। ਉਹ ਇੰਨੇ ਵਧੇ ਫੁੱਲੇ ਉਸ ਦੇਸ਼ ਦੇ ਵਿੱਚ ਕਿ ਜਿਹੜਾ ਮਿਸਰ ਦਾ ਰਾਜਾ ਫੈਰੋ ਸੀ ਉਹ ਵੀ ਡਰ ਗਿਆ। ਤਾਂ ਹੀ ਉਹ ਯਹੂਦੀਆਂ ਨੂੰ ਤੰਗ ਕਰਨ ਲੱਗ ਪਿਆ ਕਿ ਤਾਂ ਲੋਕੀ ਬਹੁਤ ਵਧੀ ਜਾਂਦੇ, ਇਹਨਾਂ ਦੇ ਨਿਆਣੇ ਬਹੁਤ ਹੁੰਦੇ ਆ, ਕਿ ਇਹ ਨਾ ਹੋਵੇ ਕਿ ਸਾਡੇ ਮੁਲਕ ਨੂੰ ਸਾਂਭ ਲੈਣ, ਜਾਂ ਜੇ ਕੋਈ ਦੁਸ਼ਮਣ ਆਵੇ ਉਹਨਾਂ ਦੇ ਨਾਲ ਰਲ ਕੇ ਸਾਡੇ ਉੱਤੇ ਹਮਲਾ ਕਰ ਦੇਣ। ਇਸ ਕਰਕੇ ਉਸਨੇ ਦਾਈਆਂ ਨੂੰ ਵੀ ਹੁਕਮ ਦਿੱਤਾ ਸੀ ਕਿ ਜਦੋਂ ਯਹੂਦੀ ਔਰਤਾਂ ਦੇ ਲੜਕਾ ਪੈਦਾ ਹੋਵੇ ਉਹਨੂੰ ਮਾਰ ਦਿੱਤਾ ਜਾਵੇ, ਤਾਂ ਜਦੋਂ ਲੜਕੀ ਹੋਵੇ ਉਹਨੂੰ ਜੀਂਦੀ ਰੱਖਿਆ ਜਾਵੇ। ਯਹੂਦੀਆਂ ਨੇ ਦੁਹਾਈ ਦਿੱਤੀ, ਪਰਮੇਸ਼ਵਰ ਨੇ ਯਹੂਦੀਆਂ ਦੀ ਪ੍ਰਾਰਥਨਾ ਸੁਣੀ। ਅਤੇ ਅਸੀਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਰੱਬ ਨੇ ਮੋਜ਼ਿਸ ਨਾਮ ਦਾ ਆਦਮੀ ਉਹਨਾਂ ਕੋਲ ਭੇਜਿਆ ਕਿ ਪਰਮੇਸ਼ਵਰ ਉਹਦੇ ਰਾਹੀਂ ਯਹੂਦੀ ਕੌਮ ਨੂੰ ਮਿਸਰ ਦੇਸ਼ ਤੋਂ ਆਜ਼ਾਦ ਕਰੂੰਗਾ। ਪਰਮੇਸ਼ਵਰ ਸਾਰੀਆਂ ਚੀਜ਼ਾਂ ਪਹਿਲਾਂ ਹੀ ਜਾਣਦਾ। ਜਿਹੜੇ ਦੁੱਖ ਸਾਡੀ ਜ਼ਿੰਦਗੀ 'ਚ ਆਉਣ ਵਾਲੇ ਆ, ਜਿਹੜੀਆਂ ਸਮੱਸਿਆ ਸਾਡੀ ਜ਼ਿੰਦਗੀ 'ਚ ਆਉਣ ਵਾਲੀਆਂ, ਉਹ ਰੱਬ ਨੇ ਪਹਿਲਾਂ ਹੀ ਦੇਖ ਲਈਆਂ। ਉਹਨੂੰ ਪਹਿਲਾਂ ਹੀ ਪਤਾ ਕੀ ਹੋਣਾ, ਉਹਨੂੰ ਹਜ਼ਾਰਾਂ ਸਾਲ ਪਹਿਲਾਂ ਹੀ ਪਤਾ ਕਿ ਕੀ ਹੋਣਾ ਹੈ। ਅਸੀਂ ਤਾਂ ਅੱਜ ਪ੍ਰਾਰਥਨਾ ਕੀਤੀ, ਰੱਬ ਮੈਨੂੰ ਇਸ ਬਿਪਤਾ ਚੋਂ ਕੱਢ, ਪਰ ਇਹ ਬਿਪਤਾ ਰੱਬ ਨੇ ਸ਼ੁਰੂ ਤੋਂ ਦੇਖੀ ਜਦੋਂ ਅਜੇ ਤੁਸੀਂ ਜੰਮੇ ਵੀ ਨਹੀਂ ਸੀ। ਇਹੀ ਹਾਲ ਮਿਸਰ ਨਾਲ ਹੋਇਆ, ਮੋਜ਼ਿਸ ਦੇ ਨਾਲ, ਯਹੂਦੀਆਂ ਨਾਲ ਹੋਇਆ। ਪਰਮੇਸ਼ਵਰ ਨੇ ਇਬਰਾਹਿਮ ਨਾਲ ਗੱਲ ਕੀਤੀ, ਕਹਿੰਦਾ ਇਬਰਾਹਿਮ ਤੇਰੇ ਲੋਕ ਹੋਰ ਮੁਲਕ ਦੇ ਵਿੱਚ ਜਾਣਗੇ। ਇਹ ਗੱਲ ਰੱਬ ਨੇ ਕਦੋਂ ਕਹੀ? ਕਈ ਸਦੀਆਂ ਪਹਿਲਾਂ। ਇਬਰਾਹਿਮ ਪਰਾਏ ਮੁਲਕ ਦੇ ਵਿੱਚ ਤੇਰੇ ਲੋਕੀ ਜਾਣਗੇ, ਉੱਥੋਂ ਉਹਨਾਂ ਨੂੰ ਮੈਂ ਕੱਢ ਕੇ ਲੈ ਕੇ ਆਉਂ। ਰੱਬ ਕਹਿੰਦਾ ਉੱਥੇ 400 ਸਾਲ ਉੱਥੇ ਰਹਿਣਗੇ। ਰੱਬ ਨੇ ਦੁੱਖ ਪਹਿਲਾਂ ਹੀ ਦੇਖ ਲਿਆ। ਹਜੇ ਮੋਜ਼ਿਸ ਜੰਮਿਆ ਵੀ ਨਹੀਂ ਸੀ, ਹਜੇ ਜੈਕਬ ਜਿਹਦੇ 12 ਮੁੰਡਿਆਂ ਤੋਂ ਮੁਲਕ ਪੈਦਾ ਹੋਇਆ ਹਜੇ ਉਹ ਵੀ ਨਹੀਂ ਸੀ ਜੰਮਿਆ, ਪਰ ਰੱਬ ਨੇ ਦੁੱਖ ਪਹਿਲਾਂ ਹੀ ਦੇਖ ਲਿਆ। ਤਾਂ ਰੱਬ ਨੇ ਪਹਿਲਾਂ ਹੀ ਰਾਹ ਬਣਾਤਾ। ਕਹਿੰਦਾ ਇਬਰਾਹਿਮ ਮੈਂ ਆਪਣੀ ਲੰਬੀ ਬਾਹ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਉਂਗਾ। ਤੇ ਹੁਣ ਕੀ ਹੁੰਦਾ? ਮੋਜ਼ਿਸ ਰਾਜੇ ਕੋਲ ਜਾਂਦਾ, ਮਿਸਰ ਦੇ ਰਾਜੇ ਕੋਲ, ਜਿਹਨੂੰ ਫੈਰੋ ਕਹਿੰਦੇ ਆ ਕਿ ਮੇਰੇ ਲੋਕਾਂ ਨੂੰ ਜਾਣ ਦੇ। ਅਸੀਂ ਕਹਾਣੀ ਜਾਣਦੇ ਆ ਕਿ ਰਾਜਾ ਹਮੇਸ਼ਾ ਆਪਣਾ ਦਿਲ ਬਦਲਾਉਂਦਾ, ਕਦੇ ਕਹਿੰਦਾ ਜਾਓ, ਕਦੇ ਕਹਿੰਦਾ ਨਾ ਜਾਓ। ਰੱਬ ਨੇ ਕਈ ਸਰਾਫ ਭੇਜੇ, 9 ਸਰਾਫ ਭੇਜੇ, ਪਰ ਰੱਬ ਨੇ ਰਾਜੇ ਨੂੰ ਤਬਾਹ ਨਹੀਂ ਕੀਤਾ। ਉਹ ਹਜੇ ਵੀ ਉਸ ਰਾਜੇ ਨੂੰ ਬਚਾਉਣਾ ਚਾਹੁੰਦਾ ਸੀ। ਪਰਮੇਸ਼ਵਰ ਦੇ ਬਚਨ ਕਹਿੰਦੇ ਰੱਬ ਨਹੀਂ ਚਾਹੁੰਦਾ ਕੋਈ ਵੀ ਨਾਸ਼ ਹੋਵੇ। ਹੁਣ ਰੱਬ ਨੇ ਅਖੀਰਲਾ ਸਰਾਫ ਭੇਜਣਾ, 10ਵਾਂ ਸਰਾਫ। ਇਹ ਜਿਹੜਾ 10ਵਾਂ ਸਰਾਫ ਆ ਇਹ ਭਿਆਨਕ ਸਰਾਫ ਆ। ਉਹ ਕਿਸ ਤਰ੍ਹਾਂ? ਹਰੇਕ ਜੇਠਾ ਮਰੂੰਗਾ, ਚਾਹੇ ਇਨਸਾਨ ਹੋਵੇ ਜਾਂ ਪਸ਼ੂ ਹੋਵੇ, ਹਰੇਕ ਜੇਠੇ ਦੀ ਮੌਤ ਹੋਊਗੀ। ਸੋ ਪਰਮੇਸ਼ਵਰ ਮੋਜ਼ਿਸ ਨੂੰ ਕਹਿੰਦਾ ਕੀ ਕਰਨ ਲਈ? ਤਾਂ ਕਿ ਯਹੂਦੀਆਂ ਦੀਆਂ ਜਾਨਾਂ ਬਚਾਈਆਂ ਜਾਣ, ਤਾਂ ਕਿ ਰਾਤ ਨੂੰ ਜਦੋਂ ਪਰਮੇਸ਼ਵਰ ਮਿਸਰ ਉੱਤੋਂ ਚਿੰਨਣਗੇ, ਜਿਹੜੇ ਯਹੂਦੀਆਂ ਦੇ ਘਰ ਆ
ਉੱਥੇ ਕਿਸੇ ਜੇਠੇ ਦੀ ਜਾਨ ਨਾ ਜਾਵੇ। ਹੁਣ ਅਸੀਂ ਪੜ੍ਹਦੇ ਹਾਂ, ਯਹੋਵਾ ਨੇ ਮਿਸਰ ਦੇਸ਼ ਵਿੱਚ ਮੋਜ਼ਿਸ ਤੇ ਐਰਨ ਨੂੰ ਆਖਿਆ, ਐਰਨ ਮੋਜ਼ਿਸ ਦਾ ਭਰਾ ਆ, ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਆਰੰਭ ਹੋਵੇਗਾ, ਤੁਹਾਡੇ ਸਾਲ ਦੇ ਮਹੀਨਿਆਂ ਵਿੱਚ ਪਹਿਲਾ ਮਹੀਨਾ ਹੈ। ਤਾਂ ਹੁਣ ਨਵਾਂ ਸਾਲ ਚੜ੍ਹਿਆ ਯਹੂਦੀਆਂ ਦੀ, ਨਵੀਂ ਸ਼ੁਰੂਆਤ। ਕਾਹਦੇ ਲਈ? ਕਿਉਂਕਿ ਹੁਣ ਯਹੂਦੀਆਂ ਲਈ ਨਵੀਂ ਸ਼ੁਰੂਆਤ ਆ। ਉਹ ਸੀ ਗੁਲਾਮ, ਪਰ ਅੱਜ ਦੇ ਦਿਨ, ਪਾਸਓਵਰ ਵਾਲੇ ਦਿਨ, ਉਹ ਮਿਸਰ ਤੋਂ ਬਾਹਰ ਨਿਕਲਦੇ। ਉਹ ਗੁਲਾਮੀ ਵਿੱਚ ਸੀ, ਪਰ ਹੁਣ ਗੁਲਾਮੀ ਤੋਂ ਬਾਹਰ ਨਿਕਲਦੇ ਆ। ਉਸੇ ਤਰ੍ਹਾਂ ਜ਼ਰੂਰੀ ਸੀ ਕਿ ਜੀਸਸ ਵੀ ਇਸੇ ਟਾਈਮ ਦੇ ਵਿੱਚ ਸਲੀਬ ਤੇ ਮਰੇ, ਕਿਉਂਕਿ ਜੀਸਸ ਵੀ ਸਾਨੂੰ ਗੁਲਾਮੀ ਤੋਂ ਬਚਾਉਣ ਲਈ ਕ੍ਰਾਸ ਤੇ ਮਰਿਆ। ਅਸੀਂ ਇਨਸਾਨ ਦੇ ਗੁਲਾਮ ਨਹੀਂ ਸੀ, ਪਰ ਅਸੀਂ ਸਾਰੇ ਸ਼ੈਤਾਨ ਦੇ ਗੁਲਾਮ ਸੀ, ਅਸੀਂ ਪਾਪ ਦੇ ਗੁਲਾਮ ਸੀ। ਪਰ ਜੀਸਸ ਰਾਹੀਂ ਸਾਨੂੰ ਅੱਜ ਨਵੀਂ ਸ਼ੁਰੂਆਤ ਮਿਲਦੀ ਹੈ ਕਿ ਅਸੀਂ ਆਪਣੇ ਪਾਪਾਂ ਤੋਂ ਆਜ਼ਾਦ ਹੋ ਸਕਦੇ ਹਾਂ, ਪਾਪਾਂ ਦੀ ਸਾਨੂੰ ਮਾਫੀ ਮਿਲ ਸਕਦੀ ਹੈ। ਸਾਡੀ ਨਵੀਂ ਜ਼ਿੰਦਗੀ ਚਾਲੂ ਹੋਈ, ਜਿਸ ਤਰ੍ਹਾਂ ਮਿਸਰੀਆਂ ਦੇ ਵਿੱਚੋਂ ਰੱਬ ਨੇ ਯਹੂਦੀਆਂ ਨੂੰ ਕੱਢ ਕੇ ਨਵੀਂ ਜ਼ਿੰਦਗੀ ਦਿੱਤੀ। ਇਸ ਮਹੀਨੇ ਨੂੰ ਕਹਿੰਦੇ ਆ ਨਿਸਾਨ ਦਾ ਮਹੀਨਾ। ਬੈਬੀਲੋਨ ਦੇ ਵਿੱਚ ਉਹਦਾ ਨਾਮ ਨਿਸਾਨ ਹੈ। ਇਸ ਮਹੀਨੇ ਦਾ, ਇਸ ਮਹੀਨੇ ਦੇ ਦੋ ਨਾਮ ਆ, ਕਦੇ ਨਿਸਾਨ ਕਹਿੰਦੇ, ਕਦੇ ਅਬੀਬ ਕਹਿੰਦੇ, ਕਿਉਂਕਿ ਅਬੀਬ ਜਿਹੜੇ ਕੈਨਾ ਦੇ ਰਹਿਣ ਵਾਲੇ ਲੋਕੀ ਸੀ, ਉਹਨਾਂ ਦੀ ਜ਼ਬਾਨ 'ਚ ਮਹੀਨੇ ਦਾ ਨਾਮ ਸੀ, ਪਰ ਬੈਬੀਲੋਨੀਅਨ ਇਸ ਮਹੀਨੇ ਨੂੰ ਨਿਸਾਨ ਕਹਿੰਦੇ ਸੀ। ਫਿਰ ਅਸੀਂ ਕਹਾਂ ਪੜ੍ਹਦੇ ਹਾਂ, ਇਸਰਾਏਲ ਦੀ ਸਾਰੀ ਮੰਡਲੀ ਨੂੰ ਬੋਲ, ਇਸ ਮਹੀਨੇ ਦੀ 10ਵੀਂ ਨੂੰ ਇੱਕ ਜਣਾ ਆਪੋ ਆਪਣੇ ਪਿਤਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਲੇਲਾ ਲਵੇ। ਇਹ ਕੁਰਬਾਨੀ ਸਾਰੇ ਮੁਲਕ ਲਈ ਨਹੀਂ ਸੀ ਕਿ ਸਿਰਫ ਇੱਕੋ ਮੇਮਣਾ ਦਿਓ, ਕਿਉਂਕਿ ਯਹੂਦੀਆਂ ਦੇ ਵਿੱਚ ਇੱਕ ਐਸਾ ਤਿਉਹਾਰ ਸੀ ਜਿੱਥੇ ਸਾਰੇ ਮੁਲਕ ਲਈ ਪ੍ਰਾਰਥਨਾ ਕੀਤੀ ਜਾਂਦੀ, ਤਾਂ ਸਾਰੇ ਮੁਲਕ ਲਈ ਕੁਰਬਾਨੀ ਦਿੱਤੀ ਜਾਂਦੀ ਆ, ਤਾਂ ਸਾਡੇ ਸਾਰੇ ਮੁਲਕਾਂ ਦੇ ਪਾਪਾਂ ਲਈ ਰੱਬ ਮੋਰੇ ਅਰਦਾਸ ਕੀਤੀ ਜਾਂਦੀ ਕਿ ਰੱਬ ਸਾਰੇ ਮੁਲਕ ਨੂੰ ਮਾਫ ਕਰੇ, ਕਿ ਜੋ ਵੀ ਇਸਰਾਏਲ ਨੇ ਗੁਨਾਹ ਕੀਤਾ, ਰੱਬ ਨੂੰ ਨਾਰਾਜ਼ ਕੀਤਾ, ਰੱਬ क्षमा ਕਰੇ। ਪਰ ਇਹ ਜਿਹੜੀ ਕੁਰਬਾਨੀ ਇਹ ਅਲੱਗ ਆ, ਇਹ ਕੱਲੇ ਕੱਲੇ ਘਰ ਦੇ ਲਈ ਆ ਕਿ ਹਰੇਕ ਘਰਾਣਾ ਇੱਕ ਮੇਮਣਾ ਲਵੇ। ਰੱਬ ਨੇ ਨਹੀਂ ਕਿਹਾ ਕਿ ਸਾਰਾ ਮੁਲਕ ਸਿਰਫ ਇੱਕੋ ਹੀ ਮੇਮਣਾ ਦਿਓ, ਬਲਕਿ ਹਰੇਕ ਘਰਾਣਾ। ਉਹਦਾ ਮਤਲਬ ਰੱਬ ਦੱਸਦਾ ਕਿ ਜਿਹੜੀ ਇਹ ਕੁਰਬਾਨੀ ਆ ਸਾਰੇ ਨਹੀਂ, ਤੁਹਾਡੇ ਕੱਲੇ ਕੱਲੇ ਲਈ ਇਹ ਕੁਰਬਾਨੀ ਆ। ਉਸੇ ਤਰ੍ਹਾਂ ਜੀਸਸ ਆ, ਉਹਦੀ ਕੁਰਬਾਨੀ ਸਾਰੇ ਮੁਲਕ ਲਈ ਨਹੀਂ, ਤੁਹਾਡੇ ਕੱਲੇ ਕੱਲੇ ਲਈ। ਸੋ ਅਸੀਂ ਇਹ ਨਹੀਂ ਕਹਿ ਸਕਦੇ ਜੀਸਸ ਉਹਨਾਂ ਲਈ ਮਰਿਆ ਹੁੰਦਾ, ਮੇਰੇ ਲਈ ਥੋੜਾ ਮਰਿਆ। ਬਾਈਬਲ ਕਹਿੰਦਾ ਨਹੀਂ, ਹਰੇਕ ਘਰਾਣਾ, ਹਰੇਕ ਘਰ ਵਾਲਾ ਮੇਮਣਾ ਲਵੇ, ਕਿਉਂਕਿ ਨਿਸ਼ਾਨੀ ਸੀ ਕਿ ਜੀਸਸ ਹਰੇਕ ਘਰਾਣੇ ਲਈ, ਕੱਲੇ ਕੱਲੇ ਇਨਸਾਨ ਲਈ ਉਹ ਸਲੀਬ ਤੇ ਮਰੂੰਗਾ। ਕੋਈ ਕਹਿ ਨਹੀਂ ਸਕਦਾ ਉਹਦੇ ਲਈ ਮਰਿਆ, ਮੇਰੇ ਲਈ ਥੋੜਾ ਮਰਿਆ, ਯਹੂਦੀਆਂ ਲਈ ਮਰਿਆ, ਇੰਡੀਅਨਾਂ ਲਈ ਥੋੜਾ ਮਰਿਆ। ਬਾਈਬਲ ਕੀ ਕਹਿੰਦੀ? ਹਰੇਕ ਘਰਾਣਾ ਕੱਲਾ ਕੱਲਾ ਘਰ ਮੇਮਣਾ ਲਵੇ। ਸੋ ਇੱਥੇ ਪਰਮੇਸ਼ਵਰ ਕਥਾ ਦੱਸ ਰਿਹਾ ਜੀਸਸ ਦੀ, ਕਿਉਂਕਿ ਜੀਸਸ ਅਸਲੀ ਮੇਮਣਾ ਆ। ਜਦੋਂ ਜੌਨ ਬਪਤਿਸਮੇ ਵਾਲੇ ਨੇ ਜੀਸਸ ਨੂੰ ਦੇਖਿਆ ਜਾਰਡਨ ਦੇ ਦਰਿਆ ਕੰਢੇ, ਉਹ ਕੀ ਬੋਲਿਆ? ਨਦੀ ਕੰਢੇ, ਦੇਖੋ। ਕੀ ਦੇਖੋ? ਪਰਮੇਸ਼ਵਰ ਦਾ ਮੇਮਣਾ। ਇਹ ਅਸਲੀ ਮੇਮਣਾ ਸੀ, ਕੁਰਬਾਨੀ ਦਾ ਮੇਮਣਾ। ਅਤੇ ਜਦੋਂ ਰੱਬ ਇੱਥਾਂ ਮੇਮਣਾ ਕਹਿ ਰਿਹਾ, ਉਹ ਜੀਸਸ ਦੀ ਗੱਲ ਕਰ ਰਿਹਾ। ਜੀਸਸ ਉਹ ਮੇਮਣਾ, ਉਹ ਤੁਹਾਡੇ ਕੱਲੇ ਕੱਲੇ ਲਈ ਕ੍ਰਾਸ ਤੇ ਮਰਿਆ, ਤੁਹਾਡੇ ਕੱਲੇ ਕੱਲੇ ਲਈ ਆਇਆ। ਅਸੀਂ ਇਹ ਨਹੀਂ ਕਹਿ ਸਕਦੇ ਮੇਰੇ ਲਈ ਨਹੀਂ, ਉਹਦੇ ਲਈ ਆਇਆ। ਪਾਪਾਂ ਦੀ ਮਾਫੀ ਮੇਰੇ ਲਈ ਨਹੀਂ, ਉਹਦੇ ਲਈ ਆ। ਬਾਈਬਲ ਕਹਿੰਦੀ ਨਹੀਂ, ਕੱਲਾ ਕੱਲਾ ਘਰਾਣਾ ਇੱਕ ਇੱਕ ਮੇਮਣਾ ਲਵੇ ਕੁਰਬਾਨੀ ਦੇਣ ਨੂੰ, ਕਿਉਂਕਿ ਕੁਰਬਾਨੀ ਕੱਲੇ ਕੱਲੇ ਘਰਾਣੇ ਦੀ ਹੈ, ਸਾਰੇ ਮੁਲਕ ਦੀ ਨਹੀਂ, ਕੱਲੇ ਕੱਲੇ ਇਨਸਾਨ ਲਈ ਉਹਦੀ ਕੁਰਬਾਨੀ ਆ। ਇਹ ਹੈਗਾ ਤੀਸਰੀ। ਅਸੀਂ ਜਦੋਂ ਪੜ੍ਹਦੇ ਹਾਂ ਫਿਰ ਅਸੀਂ ਕਹਾਂ ਜਾਂਦੇ ਹਾਂ, ਤੀਸਰੀ ਐਤ, ਫਿਰ ਤੋਂ ਅਸੀਂ ਚੌਥੀ ਐਤ ਪੜ੍ਹਦੇ ਹਾਂ। ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ, ਉਹ ਤੇ ਉਹਦੇ ਗੁਆਂਢੀ ਜਿਹੜੇ ਉਸ ਘਰ ਦੇ ਕੋਲ ਰਹਿੰਦੇ ਹਨ,
ਪ੍ਰਾਣੀਆਂ ਦੇ ਲੇਖੇ ਅਨੁਸਾਰ ਲਵੇ ਤੁਸੀਂ ਇੱਕ ਮਨੁੱਖ ਦੇ ਖਾਣ ਦੇ ਅਨੁਸਾਰ ਲੇਲੇ ਦਾ ਲੇਖਾ ਲੈਣਾ। ਜੇ ਤੁਸੀਂ ਨਹੀਂ ਲੈ ਸਕਦੇ ਆਪਣੇ ਗੁਆਂਢੀਆਂ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਮੇਮਣਾ, ਕਿਉਂਕਿ ਜੀਸਸ ਸਾਰਿਆਂ ਦੇ ਲਈ ਆ। ਅਤੇ ਕੁਰਬਾਨੀ ਕਿਹਦੀ ਹੋਣੀ ਚਾਹੀਦੀ? ਮੇਮਣੇ ਦੀ। ਕਿਉਂ ਮੇਮਣਾ? ਨਾ ਬੱਕਰਾ ਨਾ ਬੌਲਦ, ਮੇਮਣਾ, ਕਿਉਂਕਿ ਜੀਸਸ ਰੱਬ ਦਾ ਮੇਮਣਾ। ਅਤੇ ਉਹ ਮੇਮਣਾ ਕਿਹੜਾ? ਜਿਹੜਾ ਬੇਦਾਗ ਆ। ਅਸੀਂ ਪੜ੍ਹਦੇ ਪੰਜਵੀਂ ਹੈ, ਤੁਹਾਡਾ ਲੇਲਾ ਕੱਚ ਬੱਚ ਤੋਂ ਰਹਿਤ ਹੋਵੇ, 1 ਸਾਲ ਦਾ ਨਰ ਹੋਵੇ। ਜੀਸਸ ਦੀ ਕਥਾ ਦੱਸ ਰਿਹਾ, ਕਹਿੰਦਾ ਮੇਮਣੇ 'ਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ, ਮੇਮਣਾ ਬਿਮਾਰ ਨਹੀਂ ਹੋਣਾ ਚਾਹੀਦਾ, ਮੇਮਣਾ ਪਤਲਾ ਨਹੀਂ ਹੋਣਾ ਚਾਹੀਦਾ, ਮੇਮਣੇ ਨੂੰ ਕੋਈ ਰੋਗ ਨਾ ਹੋਵੇ, ਮੇਮਣਾ ਅਪਾਹਜ ਨਾ ਹੋਵੇ। ਨਾ ਹੋਵੇ ਉਹਦੀ ਇੱਕ ਲੱਤ ਚੱਲਦੀ ਤਾਂ ਬਾਕੀ ਤੇਰੀ ਚੱਲਦੀ ਨਹੀਂ, ਲੰਗੜਾ ਨਾ ਹੋਵੇ, ਅੰਨਾ ਨਾ ਹੋਵੇ, ਬੋੜਾ ਨਾ ਹੋਵੇ, ਉਹਦੇ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਕਿ ਜਿਹੜਾ ਮੇਮਣਾ ਰੱਬ ਨੂੰ ਕੁਰਬਾਨ ਕਰਨਾ ਉਹ ਇੱਕਦਮ ਪੂਰਾ ਹੋਣਾ ਚਾਹੀਦਾ। ਇਸ ਕਰਕੇ ਜੀਸਸ ਉਹ ਮੇਮਣਾ, ਉਹਦੇ ਵਿੱਚ ਨਾ ਪਾਪ, ਉਹਦੇ ਵਿੱਚ ਨਾ ਬੁਰੀਆਈ, ਉਹਦੇ ਵਿੱਚ ਨਾ ਖੋਟ, ਉਹਦੇ ਵਿੱਚ ਨਾ ਚਲਾਕੀ, ਬਲਕਿ ਪਰਮੇਸ਼ਵਰ ਦਾ ਪੂਰਾ ਪਵਿੱਤਰ ਮੇਮਣਾ ਸੀਗਾ। ਬਾਈਬਲ ਦੱਸਦੀ, ਰੱਬ ਸਾਬਤ ਕਰਦਾ ਜੀਸਸ ਉਹਦਾ ਪੁੱਤ ਆ। ਕਿਸ ਤਰ੍ਹਾਂ ਕਿ ਉਹ ਪਵਿੱਤਰ ਆ, ਉਹ ਬੇਦਾਗ ਆ। ਸਾਡੇ ਉੱਤੇ ਦਾਗ ਲੱਗੇ ਹੋ, ਅਸੀਂ ਆਪਣੀ ਕੁਰਬਾਨੀ ਰੱਬ ਨੂੰ ਦੇ ਨਹੀਂ ਸਕਦੇ, ਕਿਉਂਕਿ ਸਾਡੇ ਉੱਤੇ ਗੁਨਾਹਾਂ ਤੇ ਪਾਪਾਂ ਦਾ ਦਾਗ ਆ। ਫਰਿਸ਼ਤਿਆਂ ਨੇ ਵੀ ਪਾਪ ਕੀਤਾ, ਉਹਨੇ ਵੀ ਦਾਗ ਲਵਾਇਆ। ਤਾਂ ਇੱਥੇ ਰੱਬ ਕਹਿੰਦਾ ਕੁਰਬਾਨੀ ਬੇਦਾਗ ਹੋਣੀ ਚਾਹੀਦੀ ਆ। ਉਹ ਜੀਸਸ ਦੀ ਗੱਲ ਕਰ ਰਿਹਾ। ਰੱਬ ਆਪਣਾ ਪੁੱਤ ਭੇਜੂ ਜਿਹੜਾ ਬੇਦਾਗ ਆ, ਉਹਦੇ ਵਿੱਚ ਨਾ ਕੋਈ ਬੁਰੀਆਈ, ਨਾ ਪਾਪ, ਨਾ ਖੋਟ, ਉਹ ਪੂਰਾ ਪਵਿੱਤਰ ਹੈ। ਇਨਸਾਨ ਬਣ ਕੇ ਵੀ, ਆਦਮੀ ਦੇ ਰੂਪ ਦੇ ਵਿੱਚ ਆ ਕੇ ਵੀ ਉਹ ਪਵਿੱਤਰ ਰਿਹਾ। ਕੀ ਕਹਿੰਦੇ ਜੀ? ਪੰਜਵੀਂ ਹੈ, ਤੁਹਾਡਾ ਲੇਲਾ ਬੱਝ ਤੋਂ ਰਹਿਤ 1 ਸਾਲ ਦਾ ਨਰ ਹੋਵੇ। ਉਹਦਾ ਮਤਲਬ ਜਿਹੜਾ ਮੇਮਣਾ ਆ ਇਹ ਬੱਚਾ ਨਹੀਂ ਆ। 1 ਸਾਲ ਜਾਂ ਜਾਨਵਰ ਦੀ 1 ਸਾਲ ਸਾਡੇ 15, 20, 30 ਸਾਲ ਦੀ ਉਮਰ ਤੱਕ ਜਾਨਵਰ ਥੋੜਾ ਚਿਰ ਜੀਂਦੇ, ਜਿਸ ਤਰ੍ਹਾਂ ਕੁੱਤੇ ਬਿੱਲੇ ਮਸੀਂ 15 ਸਾਲ ਜੀਂਦੇ ਆ। ਜਦੋਂ ਤੁਸੀਂ ਕਹੋ ਕਿ ਕੁੱਤਾ 1 ਸਾਲ ਦਾ, ਇਨਸਾਨੀ ਤੌਰ ਤੇ ਉਹਦੀ ਉਮਰ 20, 30 ਸਾਲ ਆਲਰੇਡੀ ਹੋ ਚੁੱਕੀ ਹੈ, ਕਿਉਂਕਿ ਇਕੱਲਾ 10 ਸਾਲ ਉਹ ਜੀਂਦਾ। ਇੱਥੇ ਪਰਮੇਸ਼ਵਰ ਦੱਸਿਆ ਕਿ ਜਿਹੜਾ ਪਰਮੇਸ਼ਵਰ ਦਾ ਬੇਟਾ ਉਹ ਮਰੂੰਗਾ ਆਪਣੇ ਜੋਬਨ ਦੇ ਵਿੱਚ, ਬੱਚੇ ਤੌਰ ਤੇ ਕੁਰਬਾਨ ਨਹੀਂ ਹੋਊਗਾ, ਬਲਕਿ ਆਪਣੇ ਜੋਬਨ ਉਮਰ ਦੇ ਵਿੱਚ ਉਹ ਕੁਰਬਾਨ ਹੋਊਗਾ। 30 ਸਾਲ ਦੀ ਉਮਰ ਦੇ ਵਿੱਚ, 33 ਸਾਲ ਦੀ ਉਮਰ ਦੇ ਵਿੱਚ ਉਸ ਸਲੀਬ ਤੇ ਚੜਿਆ। ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਓ, ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤੱਕ ਰੱਖ ਛੱਡਣਾ। ਇਜ਼ਰਾਈਲ ਦੀ ਮੰਡਲੀ ਦੀ ਸਾਰੀ ਸਭਾ ਉਸ ਨੂੰ ਕੱਟੇ। ਇਹ ਮੇਮਣਾ ਉਸੇ ਵੇਲੇ ਕੁਰਬਾਨ ਨਹੀਂ ਕਰਨਾ, ਇਹਨੂੰ ਤਕਰੀਬਨ 4 ਦਿਨ ਆਪਣੇ ਨਾਲ ਰੱਖਣਾ, ਤਾਂ ਕਿ ਮੇਮਣਾ 10 ਤਰੀਕ ਤੋਂ 14 ਤਰੀਕ ਤੱਕ ਤੁਹਾਡੇ ਨਾਲ ਰਹੇ, ਫਿਰ ਉਹਦੀ ਕੁਰਬਾਨੀ ਦੇਣੀ। ਕਿਉਂਕਿ ਜ਼ਰੂਰੀ ਹੈ ਕਿ ਤੁਸੀਂ ਇਸ ਮੇਮਣੇ ਨੂੰ ਜਾਣੋ, ਉਹਦੀ ਕੁਰਬਾਨੀ ਨੂੰ ਜਾਣੋ। ਜਿਹੜਾ ਮੇਮਣਾ ਤੁਸੀਂ ਪਾਲਿਆ ਨਹੀਂ, ਖੜਾ ਕੁਛ ਵੀ ਨਹੀਂ ਕੀਤਾ, ਉਹਦੇ 'ਚ ਗਰਦਨ ਵੱਢ ਹੋ ਜਾਵੇ ਤੁਹਾਡੇ ਸੱਟ ਨਹੀਂ ਲੱਗਦੀ। ਪਰ ਜਿਹੜਾ ਮੇਮਣਾ ਪਾਲਿਆ ਹੁੰਦਾ, ਦੇਖਭਾਲ ਕੀਤੀ ਹੁੰਦੀ ਆ, ਉਹਦੀ ਸਾਨੂੰ ਸੱਟ ਲੱਗਦੀ ਆ। ਕਿ ਇਹ ਜਿਹੜਾ ਮੇਮਣਾ ਉਹ ਹੋਵੇ ਜਿਹਦੀ ਸੰਗਤ ਤੁਹਾਡੇ ਨਾਲ ਹੋਵੇ, ਤੁਸੀਂ ਉਹਦੇ ਨਾਲ ਸੰਗਤ ਕੀਤੀ ਹੋਵੇ, ਤੁਸੀਂ ਉਹਦੀ ਕੁਰਬਾਨੀ ਨੂੰ ਜਾਣੋ, ਉਹਦੇ ਦੁੱਖ ਨੂੰ ਪਹਿਚਾਣੋ। ਜਿਸ ਤਰ੍ਹਾਂ ਕਹਿੰਦੇ ਜ਼ਰੂਰੀ ਮੇਮਣਾ ਉਹਨਾਂ ਦੇ ਨਾਲ ਰਵੇ। ਕਿੰਨੇ ਦਿਨ? 4 ਦਿਨ। ਫਿਰ ਉਹਦੀ ਕੁਰਬਾਨੀ ਤੁਸੀਂ ਦੇਣੀ। ਸੋ ਜੇ ਅਸੀਂ ਦੇਖਦੇ ਹਾਂ 6ਵੀਂ ਐਤ ਦੇ ਵਿੱਚ ਕੀ ਲਿਖਿਆ, ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤੱਕ ਰੱਖ ਛੱਡਣਾ, ਅਤੇ ਇਜ਼ਰਾਈਲ ਦੀ ਮੰਡਲੀ ਦੀ ਸਾਰੀ ਸਭਾ ਉਸ ਨੂੰ ਕੱਟੇ। ਕੌਣ ਨੂੰ ਕੱਟੇ? ਸਾਰੀ ਸਭਾ। ਕਿਉਂ? ਜੋ ਮਾਰਿਆ ਗਿਆ ਸਾਡੇ ਸਾਰਿਆਂ ਲਈ, ਘਾਇਲ ਕੀਤਾ ਸਾਡੇ ਸਾਰਿਆਂ ਲਈ। ਬਾਈਬਲ ਕੀ ਕਹਿੰਦੀ? ਸਾਡੀ ਬਦੀ ਲਈ ਉਹ ਕੁਚਲਿਆ ਗਿਆ, ਉਹਦੀ ਮਾਰ ਖਾਣ ਨਾਲ ਅਸੀਂ ਨਰੋਏ ਕੀਤੇ।
ਫਿਰ ਕੀ ਲਿਖਿਆ ਸਾਥ ਤੁਸੀਂ ਪੜੋ, ਇਜ਼ਰਾਈਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਹਨੂੰ ਕੱਟੇ। ਕੁਰਬਾਨੀ ਕਿਹੜੇ ਟਾਈਮ ਤੇ ਦੇਣੀ? ਸ਼ਾਮ ਨੂੰ। ਪਾਸਓਵਰ ਦਾ ਮੇਮਣਾ ਸ਼ਾਮ ਨੂੰ ਮਾਰਨਾ ਚਾਹੀਦਾ, ਸਵੇਰ ਨੂੰ ਨਹੀਂ, ਦੁਪਹਿਰ ਨੂੰ ਨਹੀਂ, ਸ਼ਾਮ ਦੀ ਕੁਰਬਾਨੀ ਆ। ਉਸੇ ਤਰ੍ਹਾਂ ਜੀਸਸ ਦਾ ਜ਼ਰੂਰੀ ਸੀ ਸ਼ਾਮ ਨੂੰ ਮਰਨਾ। ਬਾਈਬਲ ਕਹਿੰਦੀ ਲੂਕਾ ਦੀ ਅੰਜੀਲ ਚ ਕਿ 9ਵੇਂ ਪੈਰ ਜੀਸਸ ਨੇ ਕਿਹਾ ਹੁਣ ਸਾਰਾ ਕੁਝ ਪੂਰਾ ਹੋਇਆ। ਉਹਨੇ ਆਪਣਾ ਸਿਰ ਨੀਵਾਂ ਕਰ ਲਿਆ ਅਤੇ ਉਹਦੀ ਆਤਮਾ ਉਹਨੂੰ ਛੱਡ ਕੇ ਚਲੇ ਗਈ। ਟਾਈਮ ਕਿਹੜਾ ਸੀਗਾ? 3 ਵਜੇ। ਕਿ 9ਵਾਂ ਪੈਰ 3 ਵਜੇ ਦਾ ਟਾਈਮ ਹੈ। ਇਹ 3 ਵਜੇ ਦਾ ਟਾਈਮ ਕਿਉਂ ਜੀਸਸ ਸਲੀਬ ਤੋਂ ਮਰੇ? ਕਿਉਂਕਿ 3 ਤੋਂ ਲੈ ਕੇ 6 ਤੱਕ ਸਮਾਂ ਸੀ ਜਦੋਂ ਸ਼ਾਮ ਦੀ ਕੁਰਬਾਨੀ ਰੱਬ ਨੂੰ ਦਿੱਤੀ ਜਾਂਦੀ ਸੀ। ਸੋ ਜ਼ਰੂਰੀ ਸੀ ਕਿ ਜੀਸਸ ਦਾ ਟਾਈਮ ਰੱਬ ਨੇ ਪਹਿਲਾਂ ਲਿਖਿਆ ਸੀਗਾ ਕਿ ਉਹ ਸ਼ਾਮ ਨੂੰ ਮਰੂਗਾ। ਤਾਂ ਹੀ ਜੀਸਸ ਜਦੋਂ 9ਵੀਂ ਪਹਿਰ ਆਈ, ਤੁਹਾਨੂੰ ਪਤਾ ਹੁਣ ਟਾਈਮ ਆ ਸ਼ਾਮ ਦੀ ਕੁਰਬਾਨੀ ਦਾ, ਹੁਣ ਟਾਈਮ ਆ ਜਦੋਂ ਪਾਸਓਵਰ ਦਾ ਮੇਮਣਾ ਵੱਢਿਆ ਜਾਂਦਾ। ਉਸਨੇ ਕਿਹਾ ਪਿਤਾ ਹੁਣ ਪੂਰਾ ਹੋਇਆ। ਤਾਂ ਬਾਈਬਲ ਦੱਸਦੀ ਆਪਣਾ ਸਿਰ ਨੀਵਾਂ ਕਰਦਾ ਅਤੇ ਉਹ ਆਪਣੀ ਆਤਮਾ ਦਿੰਦਾ। ਸੋ ਇਹ ਕਾਹਦੇ ਲਈ ਇਹ ਮੇਮਣਾ ਸ਼ਾਮ ਨੂੰ ਵੱਢਣਾ? ਕਿਉਂਕਿ ਜੀਸਸ ਸ਼ਾਮ ਨੂੰ ਆਪਣੀ ਆਤਮਾ ਦਿੱਤੀ। ਕਿਹੜੇ ਬਾਈਬਲ ਦੱਸਦੀ ਟਾਈਮ ਦੱਸਿਆ ਹੈ? 9ਵਾਂ ਪੈਰ। ਅਤੇ 9ਵਾਂ ਪੈਰ ਆ 3 ਵਜੇ ਦਾ ਟਾਈਮ। ਤਾਂ 3 ਤੋਂ 6 ਆ ਜਦੋਂ ਯਹੂਦੀ ਸ਼ਾਮ ਦੀ ਕੁਰਬਾਨੀ ਪਰਮੇਸ਼ਵਰ ਨੂੰ ਦਿੰਦੇ ਆ। ਸੋ ਇੱਥੇ ਦੇਖਦੇ ਕਿ ਪਾਸਓਵਰ ਜੀਸਸ ਦੀ ਕਥਾ ਦੱਸ ਰਿਹਾ, ਕਿਉਂਕਿ ਅਸਲੀ ਮੇਮਣਾ ਜੀਸਸ ਹੈ। ਜਿਸ ਤਰ੍ਹਾਂ ਯਹੂਦੀ ਮੌਤ ਤੋਂ ਬਚੇ, ਜੀਸਸ ਸਾਨੂੰ ਨਰਕ ਤੋਂ ਬਚਾਉਂਦਾ। 7ਵੀਂ ਐਤ ਅਤੇ ਉਸ ਦੇ ਲਹੂ ਵਿੱਚੋਂ ਲੈ ਕੇ ਉਹਨਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹਾਂ ਚਗਾਠਾਂ ਸੇਰੂ ਉੱਤੇ ਲਾਣ। ਫਿਰ ਜਿਹੜਾ ਉਹਦਾ ਲਹੂ ਆ ਮੇਮਣੇ ਦਾ, ਉਹ ਡੋਲਣਾ ਨਹੀਂ, ਉਹ ਘਰ ਦੀਆਂ ਚਗਾਠਾਂ ਤੇ ਲਾਣਾ। ਪਰ ਲਾੜਾ ਕਿੱਥੇ? ਦੋਨਾਂ ਪਾਸਿਆਂ ਤੇ ਉੱਤੇ, ਪਰ ਥੱਲੇ ਨਹੀਂ ਲਾਣਾ। ਕਿਉਂਕਿ ਲਹੂ ਬਚਾਉ ਕਿ ਜਦੋਂ ਰੱਬ ਦਾ ਫਰਿਸ਼ਤਾ ਰਾਤ ਨੂੰ ਲੰਘੂਗਾ, ਜਿੱਥੇ ਵੀ ਉਹ ਲਹੂ ਦੇਖੂਗਾ ਉੱਥੇ ਮੌਤ ਨਹੀਂ ਹੋ, ਉੱਥੇ ਜੇਠਾ ਨਹੀਂ ਮਰੂੰਗਾ। ਅਤੇ ਹੈਗਾ ਜੀਸਸ ਦਾ ਲਹੂ, ਲਹੂ ਜਿਹੜਾ ਸਾਡੇ ਪਾਪਾਂ ਨੂੰ ਮਾਫ ਕਰਦਾ। ਜਿੱਥੇ ਪਾਪ ਨਹੀਂ ਆ ਉੱਥੇ ਦੋਸ਼ ਨਹੀਂ ਆ, ਜਿੱਥੇ ਦੋਸ਼ ਨਹੀਂ ਆ ਉੱਥੇ ਸਜ਼ਾ ਨਹੀਂ ਆ। ਬਾਈਬਲ ਕੀ ਕਹਿੰਦੀ? ਜੀਸਸ ਸਾਡੇ ਉੱਤੇ ਹੁਣ ਕੋਈ ਦੋਸ਼ ਨਹੀਂ ਲਾ ਸਕਦਾ। ਕਿਉਂਕਿ ਉਹਦੇ ਲਹੂ ਨੇ ਪਾਪਾਂ ਦੀ ਕੀਮਤ ਕੀ ਆ? ਮੌਤ। ਤਾਂ ਮੌਤ ਰੱਬ ਕਿਹੜੀ ਮੰਗਦਾ? ਲਹੂ, ਕਿ ਲਹੂ ਵਗੇ। ਤਾਂ ਜਦੋਂ ਅਸੀਂ ਜੀਸਸ ਨੂੰ ਮੰਨਦੇ ਹਾਂ, ਆਪਣੇ ਪਾਪਾਂ ਦੀ ਮਾਫੀ ਮੰਗਦੇ ਹਾਂ, ਸਾਡੇ ਪਾਪ ਮਾਫ ਹੁੰਦੇ ਕਿਉਂਕਿ ਉਸਨੇ ਲਹੂ ਬਹਾਇਆ। ਅਤੇ ਉਹਦਾ ਲਹੂ ਆ ਜਿਹੜਾ ਰੱਬ ਦੇ ਕ੍ਰੋਧ ਨੂੰ ਸਾਤੋਂ ਦੂਰ ਰੱਖਦਾ। ਕਿਉਂਕਿ ਉੱਥੇ ਕੋਈ ਪਾਪ ਨਹੀਂ ਹੈ। ਕਿਉਂ ਨਹੀਂ? ਪਾਪ ਕੁਰਬਾਨੀ ਆ ਚੁੱਕੀ ਆ, ਲਹੂ ਬਹਿ ਚੁੱਕਾ ਆ, ਮੇਮਣਾ ਕ੍ਰਾਸ ਤੇ ਮਰ ਚੁੱਕਾ ਆ। ਸੋ ਪਰਮੇਸ਼ਵਰ ਕੋਲੋਂ ਜੀ ਲੰਘ ਜਾਓ। ਤਾਂ ਹੀ ਸੰਤ ਕੀ ਕਹਿੰਦਾ ਜਿਹੜੇ ਜੀਸਸ ਵਿੱਚ ਆ ਉਹਨਾਂ ਉੱਤੇ ਕੋਈ ਵੀ ਦੋਸ਼ ਨਹੀਂ ਹੈ। ਫਿਰ ਤੁਸੀਂ ਦੇਖੋਗਾ ਹਾਂ ਪਰਮੇਸ਼ਵਰ ਕੀ ਕਹਿੰਦਾ, ਕੀ ਲਿਖਿਆ ਕਿ ਚਗਾਠਾਂ ਦੇ ਅਸੀਂ ਜਾਣੀ ਕਿ ਲਹੂ ਲਾ ਸਕਦੇ ਹਾਂ, ਪਰ ਥੱਲੇ ਨਹੀਂ। ਜੀਸਸ ਦਾ ਲਹੂ ਕਦੇ ਮਿੰਦਿਆ ਨਹੀਂ ਜਾ ਸਕਦਾ। ਉਹਦੇ ਲਹੂ ਦਾ ਨਜਾਇਜ਼ ਫਾਇਦਾ ਨਹੀਂ ਉਠਾ ਸਕਦੇ। ਜੀਸਸ ਦਾ ਲਹੂ ਇਸ ਕਰਕੇ ਨਸੂਬੀ ਬਹਾਇਆ ਗਿਆ ਕਿ ਅਸੀਂ ਆਪਣੇ ਪਾਪਾਂ ਵਿੱਚ ਰਹੀਏ। ਉਹਦਾ ਲਹੂ ਬਹਾਇਆ ਗਿਆ ਤਾਂ ਕਿ ਸਾਡੇ ਪਾਪ ਮਾਫ ਹੋਣ, ਤਾਂ ਅਸੀਂ ਬਦਲੀਏ। ਪਰ ਜੇ ਅਸੀਂ ਨਹੀਂ ਬਦਲਦੇ, ਅੱਗੇ ਮੰਗੂ, ਫਿਰ ਅਸੀਂ ਉਹਦੇ ਲਹੂ ਨੂੰ ਆਪਣੇ ਪੈਰਾਂ ਦੇ ਥੱਲੇ ਮਿੰਦਦੇ ਆ। ਉਸਨੇ ਕਿਹਾ ਸੀ ਚਗਾਠਾ ਤੇ ਲਾਉਣ, ਤਾਂ ਕਿ ਬਾਹਰੋਂ ਲੋਕੀ ਦੇਖਣ ਕਿ ਤੁਸੀਂ ਰੱਬ ਦੇ ਲੋਕ ਹੋ। ਲਹੂ ਬਾਹਰੋਂ ਦਿਸੇ ਸਾਰਿਆਂ ਨੂੰ, ਜਿਹੜੇ ਵੀ ਲੰਘਦੇ ਇੱਥੇ ਲਹੂ ਆ, ਇਹ ਜੀਸਸ ਨੂੰ ਮੰਨਦੇ ਆ। ਤੁਹਾਡੀ ਜ਼ਿੰਦਗੀ
ਮਿਸਾਲ ਹੋਣੀ ਚਾਹੀਦੀ ਪਰਮੇਸ਼ਵਰ ਦੀ। ਫਿਰ ਦੇਖੋ 8ਵੀਂ ਹੈ, ਇਹ ਕਥਾ ਕਿਹਦੀ ਦੱਸ ਰਿਹਾ? ਰੱਬ ਜੀਸਸ ਦੀ। ਫਿਰ ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਵੀ ਰੋਟੀ ਨਾਲ ਖਾਣ, ਨਾਲੇ ਕੌੜੀ ਭਾਜੀ ਨਾਲ ਖਾਣ। ਇਹ ਤਿਉਹਾਰ ਅਜੀਬ ਤਿਉਹਾਰ ਆ। ਆਮ ਤਿਉਹਾਰਾਂ ਦੇ ਵਿੱਚ ਲੋਕੀ ਪਾਰਟੀਆਂ ਕਰਦੇ, ਸ਼ਰਾਬਾਂ ਪੀਂਦੇ, ਮਠਿਆਈ ਖਾਂਦੇ, ਜੋਨਾ ਸੋ ਖਾਂਦੇ, ਪਰ ਇਹ ਜਿਹੜਾ ਤਿਉਹਾਰ ਹੈ ਅਜੀਬ ਆ। ਰੱਬ ਕਹਿੰਦਾ ਜਿਹੜੀ ਸਬਜ਼ੀ ਤੁਸੀਂ ਖਾਣੀ ਉਹ ਕੌੜੀ ਹੋਣੀ ਚਾਹੀਦੀ। ਪਾਰਟੀ ਵਾਲੇ ਦਿਨ ਤੁਸੀਂ ਕੌੜੀ ਸਬਜ਼ੀ ਥੋੜੋ ਖਾਓਗੇ, ਤਿਉਹਾਰ ਵਾਲੇ ਦਿਨ ਕੌੜੀ ਸਬਜ਼ੀ ਥੋੜੋ ਖਾਓਗੇ। ਪਰ ਕਿਉਂਕਿ ਇੱਥੇ ਰੱਬ ਜੀਸਸ ਦੀ ਗੱਲ ਕਰ ਰਿਹਾ। ਪਹਿਲੀ ਗੱਲ, ਜਿਹੜਾ ਮੇਮਣਾ ਉਹਨੂੰ ਭੁੰਨਣਾ ਅੱਗ 'ਚ। ਉਹ ਜਿਹੜਾ ਮੇਮਣਾ ਆ ਉਹਨੂੰ ਅੱਗ ਦੇ ਵਿੱਚ ਭੁੰਨਣਾ, ਕਿਉਂਕਿ ਜਿਹੜਾ ਮੇਮਣਾ ਨਾ ਉਹਨੂੰ ਪਾਣੀ ਵਿੱਚ ਉਬਾਲਣਾ ਜਾਂ ਬੋਇਲ ਕਰਨਾ, ਨਾ ਰੇਨਣਾ, ਬਲਕਿ ਅੱਗ ਦੇ ਵਿੱਚ ਭੁੰਨਣਾ। ਕਾਹਦੇ ਲਈ? ਕਾਹਦੇ ਲਈ ਮੇਮਣੇ ਨੂੰ ਅੱਗ ਦੇ ਵਿੱਚ ਭੁੰਨਣਾ? ਕਿਉਂਕਿ ਜੀਸਸ ਭੁੰਨਿਆ ਗਿਆ ਸੀ। ਅੱਗ ਦਾ ਮਤਲਬ ਰੱਬ ਦਾ ਗੁੱਸਾ, ਰੱਬ ਦਾ ਕ੍ਰੋਧ। ਤਾਂ ਹੀ ਮੇਮਣਾ ਅੱਗ 'ਚ ਭੁੰਨਿਆ ਜਾਵੇ, ਤਾਂ ਹੀ ਸਲੀਬ ਤੇ ਜੀਸਸ ਉੱਤੇ ਰੱਬ ਦਾ ਗੁੱਸਾ ਆਉਂਦਾ, ਕਿਉਂਕਿ ਸਾਡੇ ਪਾਪ ਜੀਸਸ ਉੱਤੇ ਉਠਾਏ ਗਏ। ਬਾਈਬਲ ਕੀ ਕਹਿੰਦੀ? ਜ਼ਮੀਨ ਕੰਬੀ। ਬਾਈਬਲ ਕੀ ਕਹਿੰਦੀ? ਹਨੇਰਾ ਹੋ ਗਿਆ। ਬਾਈਬਲ ਕੀ ਕਹਿੰਦੀ? ਚੱਟਾਨਾਂ ਟੁੱਟ ਕੇ ਡਿੱਗੀਆਂ। ਕਾਹਦੇ ਲਈ? ਰੱਬ ਗੁੱਸੇ ਸੀ, ਬਹੁਤ ਗੁੱਸੇ ਸੀ, ਬਹੁਤ ਗੁੱਸੇ ਸੀ। ਕਿਉਂ? ਕਿਉਂਕਿ ਜੀਸਸ ਸਾਰੀ ਦੁਨੀਆ ਦੇ ਪਾਪ ਉਠਾਉਂਦਾ, ਔਰ ਰੱਬ ਦਾ ਕ੍ਰੋਧ ਉਹਦੀ ਅੱਗ ਦੇ ਵਿੱਚ ਜੀਸਸ ਭੁੰਨ ਹੁੰਦਾ। ਮੇਮਣਾ ਅੱਗ 'ਚ ਭੁੰਨਿਆ ਹੋਇਆ। ਜੀਸਸ ਨੇ ਰੱਬ ਦਾ ਕ੍ਰੋਧ ਆਪਣੇ ਤੇ ਲਿਆ, ਜਿਹੜਾ ਤੁਹਾਡੇ ਤਾਂ ਮੇਰੇ ਤੇ ਆਉਣਾ ਸੀ। ਉਹ ਭੁੱਲਿਆ ਗਿਆ ਉਸ ਕ੍ਰੋਧ ਦੇ ਵਿੱਚ। ਇੱਥੇ ਤੱਕ ਕਿ ਰੱਬ ਨੂੰ ਛੱਡ ਕੇ ਵੀ ਚਲੇ ਗਿਆ। ਪਿਤਾ, ਮੇਰੇ ਪਿਤਾ, ਰੱਬ ਦਾ ਪੁੱਤ ਰੱਬ ਨੂੰ ਸਵਾਲ ਕਰਦਾ, ਤੂੰ ਮੈਨੂੰ ਛੱਡ ਕੇ ਕਿਉਂ ਗਿਆ? ਕਿਉਂਕਿ ਹੁਣ ਮੇਮਣਾ ਭੁੰਨਿਆ ਹੋਇਆ। ਇਹ ਜ਼ਰੂਰੀ ਸੀ ਮੇਮਣਾ ਭੁੰਨਿਆ ਜਾਵੇ। ਪਤੀਲੀ ਰੋਟੀ ਨਾਲ ਖਾਣਾ। ਪਤੀਲੀ ਰੋਟੀ ਦੇ ਵਿੱਚ ਪਨੀਰ, ਪਤੀਲੀ ਦੁਆਰਾ ਯੀਸਟ ਨਹੀਂ ਪਾਇਆ ਜਾਂਦਾ। ਜੀਸਸ ਕਾਹਦੇ ਨਾਲ? ਸੱਚਾਈ ਨਾਲ। ਉਹਦੀ ਕੁਰਬਾਨੀ ਕਾਹਦੇ ਲਈ ਸੀ? ਸੱਚਾਈ ਲਈ। ਉਸਨੇ ਪਾਇਲਟ ਨੂੰ ਕਿਹਾ ਸੱਚਾ। ਪਾਇਲਟ ਕਹਿੰਦਾ ਕਿਹੜੀ ਸੱਚਾਈ? ਉਹਦੇ ਵਿੱਚ ਕੋਈ ਬੁਰਾਈ ਨਹੀਂ। ਉਹਦੀ ਸਿੱਖਿਆ ਪੂਰੀ ਪਵਿੱਤਰ ਤੇ ਪਾਕ ਹੈ। ਆਦਮੀ ਆ ਜਿਹੜਾ ਮਿਲਾਵਟ ਕਰਦਾ, ਪਰ ਉਹਦੀ ਰੋਟੀ ਪਤੀਲੀ ਆ, ਉਹਦੇ ਵਿੱਚ ਕੋਈ ਮਿਲਾਵਟ ਨਹੀਂ। ਫਿਰ ਕਹਿੰਦਾ ਕੌੜੀ ਸਬਜ਼ੀ ਖਾਣੀ। ਕਾਹਦੇ ਲਈ? ਤਾਂ ਕਿ ਤੁਸੀਂ ਯਾਦ ਕਰੋ, ਤੁਹਾਡੇ ਪੁੱਤ ਧੀਆਂ ਪੁੱਛਣਗੇ, ਬਾਪੂ ਇਹ ਕੌੜੀ ਸਬਜ਼ੀ ਕਾਹਦੇ ਲਈ ਅਸੀਂ ਖਾਂਦੇ? ਕਿਉਂਕਿ ਮਿਸਰ ਦੇ ਵਿੱਚ ਸਾਡੀ ਜ਼ਿੰਦਗੀ ਕੌੜੀ ਸੀ। ਸਾਨੂੰ ਕੁੱਟਿਆ ਮਾਰਿਆ ਜਾਂਦਾ ਸੀ, ਅਸੀਂ ਗੁਲਾਮ ਸੀ। ਅਤੇ ਇੱਥੇ ਜੀਸਸ ਦੀ ਵੀ ਗੱਲ ਕਰ ਰਿਹਾ ਹੈ ਕਿ ਜਿਹੜਾ ਪਿਆਲਾ ਜੀਸਸ ਨੇ ਪੀਤਾ ਉਹ ਬਹੁਤ ਕੌੜਾ ਸੀ, ਕੜਤਣ ਨਾਲ ਭਰਿਆ ਸੀਗਾ। ਅਤੇ ਇਹ ਕੜਤਣ ਦਾ ਪਿਆਲਾ ਰੱਬ ਨੇ ਜੀਸਸ ਨੂੰ ਪੀਣ ਲਈ ਦਿੱਤਾ। ਤੁਸੀਂ ਸੋਚੋਗੇ ਰੱਬ ਆਪਣੇ ਪੁੱਤ ਨੂੰ ਮਿੱਠਾ ਪਿਆਲਾ ਦਊਗਾ, ਪਰ ਮਿੱਠਾ ਪਿਆਲਾ ਨਹੀਂ, ਰੱਬ ਨੇ ਆਪਣੇ ਪੁੱਤ ਨੂੰ ਕੌੜਾ ਪਿਆਲਾ ਦਿੱਤਾ। ਗੈਤਸੇਮਨੀ ਬਾਗ ਵਿੱਚ ਜੀਸਸ ਇਸ ਪਿਆਲੇ ਦੀ ਗੱਲ ਕਰਦਾ, ਕਹਿੰਦਾ ਹੈ ਪਿਤਾ ਅਗਰ ਹੋ ਸਕੇ ਪਿਆਲਾ ਮੇਰੇ ਤੋਂ ਦੂਰ ਲੈ ਜਾ। ਕਾਹਦੇ ਲਈ? ਉਹ ਪਿਆਲਾ ਕੌੜਾ ਆ। ਰੱਬ ਨੇ ਆਪਣੇ ਪੁੱਤ ਨੂੰ ਕੜਤਣ ਪੀਣ ਨੂੰ ਦਿੱਤੀ। ਉਹ ਕੜਤਣ ਕੀ ਸੀ? ਕਿ ਜੀਸਸ ਮਰੇ ਉਸ ਸਲੀਬ ਤੇ। ਇਹ ਮਿੱਠਾ ਪਿਆਲਾ ਨਹੀਂ ਸੀ, ਇਹ ਕੜਤਣ ਦਾ ਭਰਿਆ ਪਿਆਲਾ ਸੀ ਕਿ ਜੀਸਸ ਆਪ ਕਹਿੰਦਾ ਪਿਤਾ ਪਿਆਲੇ ਨੂੰ ਲੈ ਜਾ। ਪਰ ਫਿਰ ਕਹਿੰਦਾ ਪਿਤਾ ਮੇਰੀ ਮਰਜ਼ੀ ਨਹੀਂ, ਅਗਰ ਤੂੰ ਚਾਹਣਾ ਮੈਂ ਪੀਵਾਂ ਕੌੜਾ ਪਿਆਲਾ ਮੈਂ ਪੀਊਂਗਾ। ਸੋ ਇਹਦੇ ਕੀ ਲਿਖਿਆ? ਮੇਮਣਾ ਭੁੰਨਿਆ ਤੇ ਨਾਲ ਕੌੜੀ ਸਬਜ਼ੀ ਖਾਣੀ। ਜੀਸਸ ਦਾ ਪਿਆਲਾ ਕੌੜਾ ਸੀ। ਪਹਿਚਾਣੋ ਕਿ ਜੀਸਸ ਨੇ ਤੁਹਾਡੇ ਲਈ ਕੀ ਕੀਤਾ। ਰੱਬ ਹੋ ਕੇ ਤੁਹਾਡੇ ਪੁੱਤ ਧੀ ਵੀ ਕੌੜਾ ਪਿਆਲਾ ਨਹੀਂ ਪੀਣਗੇ। ਉਹਨੂੰ ਕੌੜਾ ਪਿਆਲਾ ਪੀਤਾ, ਮਕਸਦ ਤੁਹਾਨੂੰ ਬਚਾਉਣ ਲਈ। ਉਹਨੂੰ ਕੜਤਣ ਦਾ ਪਿਆਲਾ ਪੀਤਾ,
फिर ਅਸੀਂ कहाँ पढ़ते हैं 8वीं ऐत फिर ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਲੀ ਰੋਟੀ ਨਾਲ ਖਾਣ ਨਾਲੇ ਕੌੜੀ ਭਾਜੀ ਨਾਲ ਖਾਣ ਉਸ ਵਿੱਚੋਂ ਕੱਚਾ ਅਥਾ ਪਾਣੀ ਵਿੱਚ ਰਿੰਨਿਆ ਹੋਇਆ ਕਦੀ ਨਾ ਖਾਓ ਸਗੋਂ ਅੱਗ ਨਾਲ ਭੁੰਨਿਆ ਹੋਇਆ ਅੱਗ ਨਾਲ ਕਿਉਂ ਕ੍ਰੋਧ ਰੱਬ ਦਾ ਯਾਦ ਨੇ ਕਿ ਰੱਬ ਦਾ ਗੁੱਸਾ ਰੱਬ ਦੀ ਅੱਗ ਜੀਸਸ ਤੇ ਆਈ ਅਤੇ ਉਸ ਦੀ ਅੱਗ ਸਹੀ ਦੁਨੀਆ ਰੱਬ ਦਾ ਗੁੱਸਾ ਸਹਿ ਨਹੀਂ ਸਕੀ ਜਦੋਂ ਕ੍ਰਾਸ ਤੇ ਗੁੱਸਾ ਆਇਆ ਤਾਂ ਬਾਈਬਲ ਦੱਸਦੀ ਜ਼ਮੀਨ ਕੰਬੀ ਅਰਥ ਹੋਈ ਬਾਈਬਲ ਦੱਸਦੀ ਕੀ ਹਨੇਰਾ ਛਾ ਗਿਆ ਸੂਰਜ ਵੀ ਆਪਣੀ ਲੋ ਦੇਣੋਂ ਬੰਦ ਹੋ ਗਿਆ ਦਿਨ ਨੂੰ ਤਾਂ ਚਟਾਨਾਂ ਟੁੱਟ ਗਈਆਂ ਕਿਉਂਕਿ ਰੱਬ ਗੁੱਸੇ ਸੀ ਬਹੁਤ ਗੁੱਸੇ ਸੀ ਕਿਉਂਕਿ ਹੁਣ ਮੇਮਣਾ ਭੁੰਨਿਆ ਜਾਂਦਾ ਅਤੇ ਪੁੱਤ ਰੋਂਦਾ ਪਿਤਾ ਕਿੱਥੇ ਆ ਤੂੰ ਕਿਉਂ ਮੈਨੂੰ ਵਸਾਰਿਆ ਮੇਮਣਾ ਭੁੰਨਿਆ ਜਾਵੇ ਕੌੜੀ ਸਬਜ਼ੀ ਖਾਧੀ ਜਾਵੇ ਔਰ ਕੜਤਣ ਦਾ ਪਾਣੀ ਪੀਤਾ 10ਵੀਂ ਐਤ ਅਤੇ ਤੁਸੀਂ ਸਵੇਰ ਤੱਕ ਉਹਦੇ ਪਿੱਛੋਂ ਬਚਾ ਕੇ ਨਾ ਰੱਖਿਓ ਪਰ ਜੇ ਉਸ ਤੋਂ ਸਵੇਰ ਤੱਕ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ ਉਹਦਾ ਮਤਲਬ ਸਵੇਰ ਤੱਕ ਨਹੀਂ ਰੱਖਣਾ ਮੇਮਣਾ ਉਸੇ ਵੇਲੇ ਖਾਣਾ ਪਰ ਜੇ ਬਚ ਜਾਵੇ ਕੱਲ ਤੱਕ ਨਹੀਂ ਰੱਖਣਾ ਉਹਨੂੰ ਜਾਵਾ ਦੇਣਾ ਕਾਹਦੇ ਲਈ ਕਿਉਂਕਿ ਮੁਕਤੀ ਦਾ ਰੱਬ ਕਹਿੰਦਾ ਅੱਜ ਹੈ ਕੱਲ ਨੂੰ ਨਹੀਂ ਇਹਨਾਂ ਕੋ ਕੱਲ ਨੂੰ ਮੈਂ ਆ ਕਰੂੰਗਾ ਕੱਲ ਨੂੰ ਜੀਸਸ ਨੂੰ ਕੱਲ ਤੱਕ ਨਾ ਰੱਖੋ ਕੱਲ ਤੁਹਾਡੇ ਲਈ ਕਦੇ ਵੀ ਨਾ ਆਵੇ ਰੱਬ ਚਾਹੁੰਦਾ ਅੱਜ ਕਿ ਜਦੋਂ ਤੁਸੀਂ ਉਹਦੇ ਪੁੱਤ ਬਾਰੇ ਸੁਣੋ ਉਹਦੇ ਪੁੱਤ ਕੋਲ ਆਓ ਕੱਲ ਤੁਹਾਡੇ ਹੱਥਾਂ ਵਿੱਚ ਨਹੀਂ ਹੈ ਕੱਲ ਤੁਹਾਡੇ ਵੱਸ ਦੇ ਵਿੱਚ ਨਹੀਂ ਹੈ ਕੱਲ ਪਰਮੇਸ਼ਵਰ ਦੇ ਵੱਸ ਦੇ ਵਿੱਚ ਹੈ ਇਸ ਕਰਕੇ ਰੱਬ ਕਹਿੰਦਾ ਕਿ ਮੇਮਣਾ ਨੰਬਰ 1 ਜਲਦੀ ਜਲਦੀ ਖਾਓ ਜੀਸਸ ਲਈ ਭੁੱਖੇ ਹੋ ਫਿਰ ਕੱਲ ਤੱਕ ਨਾ ਛੱਡੋ ਜਦੋਂ ਰੱਬ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਉਹਦੀ ਖੁਸ਼ਖਬਰੀ ਨੂੰ ਮੰਨੋ ਕੱਲ ਤੱਕ ਹੋ ਸਕੇ ਮੇਮਣਾ ਉੱਥੇ ਹੋਵੇ ਨਾ ਅੱਗ ਸੱਟਿਆ ਹੋ ਸਕੇ ਤੁਸੀਂ ਉਹ ਚਾਂਸ ਗਵਾ ਲਓ ਫਿਰ ਅਸੀਂ ਪੜ੍ਹਦੇ ਕਿ ਮੇਮਣਾ ਖਾਣਾ ਕਿੱਦਾਂ 11ਵੀਂ ਐਤ ਤੁਸੀਂ ਉਸ ਨੂੰ ਇਉਂ ਖਾਣਾ ਇੱਦਾਂ ਖਾਣਾ ਤੁਸੀਂ ਆਪਣਾ ਲੱਕ ਬੰਨ ਕੇ ਪਹਿਲਾਂ ਆਪਣੇ ਕੱਪੜੇ ਪਾਓ ਤਾਂ ਬੈਲਟ ਬੰਨੋ ਲੱਕ ਬੰਨੋ ਬੈਲਟ ਲਾ ਕੇ ਲੱਕ ਬੰਨ ਕੇ ਆਪਣੀ ਜੁੱਤੀ ਪੈਰੀ ਪਾ ਕੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ ਕਿਉਂਕਿ ਯਹੋਵਾ ਦਾ ਪਸਾ ਉੱਤੋਂ ਦੀ ਜਾਂ ਪਾਸਿਓਂ ਦੀ ਨੰਗਣਾ ਹੈ ਕਾਲੀ ਕਾਲੀ ਖਾਣਾ ਕਿੱਦਾਂ ਤਿਆਰ ਹੋ ਕੇ ਪੂਰੇ ਕੱਪੜੇ ਪਾ ਕੇ ਬੈਲਟ ਲਾ ਕੇ ਜਦ ਤੁਸੀਂ ਬਾਹਰ ਨੂੰ ਚੱਲਦੇ ਹੋ ਜੁੱਤੀ ਪਾ ਕੇ ਲਾਠੀ ਲੈ ਕੇ ਖਾਣਾ ਜਿੱਦਾਂ ਕੱਲ ਆਣੀ ਨਹੀਂ ਆ ਜਲਦੀ ਜਲਦੀ ਖਾਓ ਕਿਉਂਕਿ ਉਹਨਾਂ ਨੂੰ ਮਿਸਰ ਦੇਸ਼ ਬਹੁਤ ਕਾਲੀ ਜਾਣਾ ਪਿਆ ਸੀ ਤਾਂ ਹਰਾਂਗੇ ਤਿਆਰ ਰਹੋ ਸੋ ਇੱਥੇ ਪਰਮੇਸ਼ਵਰ ਸਾਨੂੰ ਦੱਸਦਾ ਜੀਸਸ ਬਾਰੇ ਕਿ ਕਿਸ ਤਰ੍ਹਾਂ ਖਾਣਾ ਪਹਿਲੀ ਗੱਲ ਆ ਬੱਤੀ ਲਾ ਕੇ ਬੱਤੀ ਕੀ ਚੀਜ਼ ਹੈ ਸਾਨੂੰ ਬਾਈਬਲ ਬੱਤੀ ਬਾਰੇ ਦੱਸਦੀ ਆ ਬਾਈਬਲ ਦੱਸਦੀ ਬੱਤੀ ਸੱਚਾਈ ਦੀ ਲੱਕ ਬੰਨਣਾ ਕਾਹਦੇ ਨਾਲ ਸੱਚਾਈ ਨਾਲ ਕਿ ਪਰਮੇਸ਼ਵਰ ਦੀ ਸੱਚਾਈ ਤੁਹਾਡੇ ਨਾਲ ਹੋਵੇ ਕਿ ਜਿਹੜੀ ਤੁਹਾਡਾ ਲੱਕ ਬੰਨਿਆ ਹੈ ਉਹਦੀ ਸੱਚਾਈ ਵਿੱਚ ਹੋਵੇ ਜਿਹੜੀ ਲਾਠੀ ਆ ਮੋਸਿਸ ਦੀ ਲਾਠੀ 'ਚ ਬਹੁਤ ਤਾਕਤ ਸੀ ਉਹ ਲਾਠੀ ਸਿੜਦਾ ਸੀ ਤਾਂ ਸੱਪ ਬਣ ਜਾਂਦਾ ਸੀ ਲਾਠੀ ਫੜਦਾ ਸੀ ਤਾਂ ਲਾਠੀ ਬਣ ਜਾਂਦਾ ਸੀ ਲਾਠੀ ਚਟਾਨ ਤੇ ਮਾਰੀ ਪਾਣੀ ਨਿਕਲਿਆ ਲਾਠੀ ਪਾਣੀਆਂ 'ਚ ਮਾਰੀ ਪਾਣੀ ਜੁਦੇ ਹੋ ਗਏ ਉਹ ਲਾਠੀ ਜੀਸਸ ਹੈ ਕਰਾਮਾਤ ਕਰਦਾ ਫਿਰ ਤੁਸੀਂ ਜੁੱਤੀ ਪਾਣੀ ਬਾਈਬਲ ਸਾਨੂੰ ਜੁੱਤੀ ਬਾਰੇ ਦੱਸਦੀ ਇਹ ਜੁੱਤੀ ਹਮੇਸ਼ਾ ਤਿਆਰ ਰਹਿਣਾ ਪਰਮੇਸ਼ਵਰ ਦੀ ਗਵਾਹੀ ਭਰਨ ਲਈ ਉਹਦਾ ਪ੍ਰਚਾਰ ਕਰਨ ਲਈ ਫਿਰ ਤੁਸੀਂ ਖਾਣਾ ਜਲਦੀ ਜਲਦੀ ਉਹਦਾ ਮਤਲਬ ਜੀਸਸ ਲਈ ਹਮੇਸ਼ਾ ਭੁੱਖੇ ਰਹਿਣਾ ਕਿਉਂਕਿ ਜਿਹੜਾ ਆਦਮੀ ਰਚ ਗਿਆ ਉਹਨੂੰ ਦੀ ਲੋੜ ਨਹੀਂ ਹੈ ਜੀਸਸ ਵਿੱਚ ਹਮੇਸ਼ਾ ਭੁੱਖੇ ਰਹਿਣਾ ਤਾਂ ਕਿ ਤੁਹਾਨੂੰ ਹੋਰ ਤੇ ਹੋਰ ਜੀਸਸ ਤੁਹਾਡੀ ਜ਼ਿੰਦਗੀ ਚਾਹੀਦਾ ਹੋਵੇ ਬੱਤੀ ਸੱਚਾਈ ਦੀ ਲਾਠੀ ਜੀਸਸ
जुत्ती तैयारी ਉਹਦੀ ਖੁਸ਼ਖਬਰੀ ਸੁਣਾਉਣ ਦੀ ਖਾਣਾ ਜਲਦੀ ਜਲਦੀ ਕਿ ਹਮੇਸ਼ਾ ਜੀਸਸ ਲਈ ਭੁੱਖੇ ਕਿਉਂਕਿ ਜਿਹੜਾ ਆਦਮੀ ਜੀਸਸ ਲਈ ਭੁੱਖਾ ਉਹਨੂੰ ਪ੍ਰਸੰਨ ਕਰੂੰਗਾ ਜਿਹੜਾ ਕਹਿੰਦਾ ਰੱਜ ਗਿਆ ਉਹ ਕੁਝ ਵੀ ਨਹੀਂ ਕਰੂੰਗਾ ਇਹ ਕਥਾ ਆ ਪਾਸਓਵਰ ਦੀ ਜਦੋਂ ਰੱਬ ਮਿਸਰ ਦੇਸ਼ ਚੋਂ ਲੰਘਿਆ ਹੁਣ ਤੁਸੀਂ ਦੇਖਦੇ ਕਿ ਜੀਸਸ ਵੀ ਇਸ ਟਾਈਮ ਤੇ ਕਿਉਂ ਕ੍ਰੋਸ ਤੇ ਮਰੇ ਸੀ ਰੱਬ ਨੇ ਟਾਈਮ ਕਿਉਂ ਚੁਣਿਆ ਕਿਉਂਕਿ ਉਹ ਇਹ ਮੇਮਣਾ ਹੈ ਜੋ ਇਸ ਮੇਮਣੇ ਨਾਲ ਹੋਇਆ ਉਹ ਜੀਸਸ ਨਾਲ ਹੋਇਆ ਕਿਉਂਕਿ ਜੀਸਸ ਅਸਲੀ ਮੇਮਣਾ ਜਿਹੜਾ ਦੁਨੀਆ ਦੇ ਪਾਪਾਂ ਨੂੰ ਦੂਰ ਲੈ ਜਾਂਦਾ ਜਿਹੜਾ ਲਹੂ ਸਾਨੂੰ ਬਚਾ ਸਕਦਾ ਉਹਦੇ ਲਹੂ ਦੇ ਵਿੱਚ ਸ਼ਕਤੀ ਆ ਸਾਡਿਆਂ ਪਾਪਾਂ ਨੂੰ ਮਾਫ ਕਰਨ ਦੇ ਲਈ ਤਾਂ ਹੁਣ ਅਸੀਂ ਗੱਲ ਕਰਾਂਗੇ ਈਸਟਰ ਦੀ ਈਸਟਰ ਕਿੱਥੋਂ ਆਈ ਬਾਈਬਲ ਦੇ ਵਿੱਚ ਸਿਰਫ ਇੱਕੋ ਵਾਰੀ ਲਿਖਿਆ ਈਸਟਰ ਨਾਮ ਹੋਰ ਕਿਤੇ ਵੀ ਤੁਹਾਨੂੰ ਈਸਟਰ ਦਾ ਨਾਮ ਮਿਲੂਗਾ ਨਹੀਂ ਲਿਖਿਆ ਇੱਕੋ ਹੀ ਪਾਸੇ ਲਿਖਿਆ ਗਿਆ ਨਵੇਂ ਨੇਮ 'ਚ ਅਸਲ ਦੇ ਵਿੱਚ ਇਹ ਲਫ਼ਜ਼ ਈਸਟਰ ਬਾਈਬਲ ਦਾ ਲਫ਼ਜ਼ ਨਹੀਂ ਹੈ ਸਾਡੀ ਬਾਈਬਲ ਗ੍ਰੀਕ ਜ਼ਬਾਨ ਤੋਂ ਉਹਦਾ ਟ੍ਰਾਂਸਲੇਟ ਕੀਤਾ ਗਿਆ ਅਨੁਵਾਦ ਕੀਤਾ ਗਿਆ ਗ੍ਰੀਕ ਜ਼ਬਾਨ ਤੋਂ ਤਾਂ ਗ੍ਰੀਕ ਜ਼ਬਾਨ 'ਚ ਕਿਤੇ ਵੀ ਈਸਟਰ ਦਾ ਨਾਮ ਨਹੀਂ ਉੱਥੇ ਪਸਾ ਲਿਖਿਆ ਗਿਆ ਜਿਹਦਾ ਮਤਲਬ ਪਾਸਓਵਰ ਕਿਉਂਕਿ ਈਸਟਰ ਦਾ ਤਲਕ ਹੋਰ ਦੇਵੀ ਦੇਵਤਿਆਂ ਦੇ ਨਾਲ ਆ ਉਹਦਾ ਤਲਕ ਜੀਸਸ ਦੇ ਨਾਲ ਨਹੀਂ ਆ ਇਹ ਜਿਹੜਾ ਨਾਮ ਆ ਈਸਟਰ ਦਾ ਇਹ ਜਿਹੜਾ ਰਿਵਾਜ ਆ ਈਸਟਰ ਦਾ ਇਹ ਇਸਥਾਰ ਦੇਵੀ ਤੋਂ ਆਇਆ ਜਾਂ ਅਸਟਰੈਕਟ ਦੇਵੀ ਤੋਂ ਜਾਂ ਔਸਟਰ ਦੇਵੀ ਇਹ ਸਾਰੀਆਂ ਦੇਵੀਆਂ ਦੇ ਜਿਹੜੇ ਨਾਮ ਆ ਤਕਰੀਬਨ ਈਸਟਰ ਬਣਦਾ ਦੱਸਿਆ ਗਿਆ ਕਿ ਸਵਰਗ ਤੋਂ ਬਹੁਤ ਬੜਾ ਆਂਡਾ ਡਿੱਗਿਆ ਉਹਦੇ ਵਿੱਚੋਂ ਦੇਵੀ ਆਈ ਇਹ ਆਂਡਾ ਡਿੱਗਿਆ ਯੂਪ੍ਰੇਟਿਸ ਨਦੀ ਤੇ ਉਹ ਕਿੱਥੇ ਆ ਇਰਾਕ ਵਿੱਚ ਅਤੇ ਉਸ ਆਂਡੇ ਤੋਂ ਇਹ ਦੇਵੀ ਆਈ ਜਿਹਦਾ ਨਾਮ ਅਸਟਰੈਟ ਸੀ ਜਿਹਤੋਂ ਈਸਟਰ ਨਾਂ ਪਿਆ ਅਤੇ ਇਹ ਜਿਹੜੀ ਦੇਵੀ ਆ ਅਤੇ ਇਹਦਾ ਜਿਹੜਾ ਰਿਵਾਜ ਆ ਉਸ ਜ਼ਮਾਨੇ ਦੇ ਕਈਆਂ ਮੁਲਕਾਂ ਵਿੱਚ ਸੀ ਜਿੱਥੇ ਲੋਕੀ ਆਂਡਿਆਂ ਨੂੰ ਆਪਣੀ ਪੂਜਾ ਦੇ ਵਿੱਚ ਲਿਆਂਦੇ ਸੀ ਤਾਂ ਹੀ ਈਸਟਰ ਵਾਲੇ ਦਿਨ ਤੁਹਾਨੂੰ ਆਂਡੇ ਬਾਜ਼ਾਰ ਦੇ ਵਿੱਚ ਦਿੰਦੇ ਚਾਕਲੇਟ ਦੇ ਬਣੇ ਹੋ ਆਂਡੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਜੀਸਸ ਨਾਲ ਕੋਈ ਵੀ ਤਲਕ ਨਹੀਂ ਇਹਦਾ ਤਲਕ ਹੋਰ ਦੇਵੀ ਦੇ ਨਾਲ ਆ ਇਸਤਾਰ ਦੇਵੀ ਦੇ ਨਾਲ ਤੇ ਆ ਜਿਹੜੀ ਆਂਡੇ ਚੋਂ ਨਿਕਲੀ ਸੀ ਪਰਸ਼ੀਆ ਦੇ ਲੋਕ ਮਿਸਰ ਦੇਸ਼ ਦੇ ਲੋਕ ਰੰਗ ਵਾਲੇ ਆਂਡੇ ਆਪਣੀ ਪੂਜਾ ਦੇ ਵਿੱਚ ਇਸਤੇਮਾਲ ਕਰਦੇ ਸੀ ਚਾਈਨਾ ਦੇ ਵਿੱਚ ਵੀ ਜਾਪਾਨ ਵਿੱਚ ਵੀ ਉਹ ਆਂਡੇ ਆਪਣੀ ਪੂਜਾ ਦੇ ਵਿੱਚ ਲੈ ਕੇ ਆਉਂਦੇ ਆਂਡਿਆਂ ਨੂੰ ਰੰਗ ਕਰਕੇ ਸੋ ਈਸਟਰ ਐਗ ਦਾ ਜੀਸਸ ਨਾਲ ਕੋਈ ਵੀ ਤਲਕ ਨਹੀਂ ਹੈ ਚਰਚ ਵਾਲੇ ਜੋ ਮਰਜ਼ੀ ਕਹਿਣ ਕਿ ਆਂਡਾ ਨਵੀਂ ਸ਼ੋ ਜੋ ਮਰਜ਼ੀ ਕਹਿਣ ਪਰ ਇਹਦਾ ਰੱਬ ਨਾਲ ਕੋਈ ਤਾਲੁਕ ਨਹੀਂ ਹੈ ਇਹਦਾ ਜੀਸਸ ਨਾਲ ਕੋਈ ਤਾਲੁਕ ਨਹੀਂ ਹੈ ਈਸਟਰ ਦਾ ਜੀਸਸ ਨਾਲ ਕੋਈ ਤਾਲੁਕ ਨਹੀਂ ਹੈ ਜੀਸਸ ਦਾ ਤਾਲੁਕ ਜਿਹਦਾ ਮੈਂ ਦੱਸਿਆ ਪਾਸਓਵਰ ਦੇ ਨਾਲ ਹੈ ਪਾਸਓਵਰ ਦੇ ਨਾਲ ਉਹਦਾ ਤਾਲੁਕ ਹੈ ਤਾਂ ਤੁਹਾਨੂੰ ਇਹ ਵੀ ਦੱਸਦੇ ਕਿ ਈਸਟਰ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਕਹਿੰਦੇ ਜੀ ਜੀਸਸ ਸ਼ੁੱਕਰਵਾਰ ਨੂੰ ਕ੍ਰਾਸ ਤੇ ਮਰਦੇ ਆ ਅਤੇ ਉਹ ਜੀਂਦੇ ਹੋ ਜਾਂਦੇ ਆ ਤਾਂ ਉਹ ਜੀਂਦੇ ਹੋ ਜਾਂਦੇ ਆ ਉਹਨੂੰ ਕੀ ਕਹਿੰਦੇ ਆ ਐਤਵਾਰਾਂ ਨੂੰ ਪਰ ਹੁਣ ਅਸੀਂ ਦੱਸਾਂਗੇ ਜੀਸਸ ਕੀ ਕਹਿੰਦਾ ਮਤੀ ਦੀ 12 ਅੰਜੀਲ 'ਚ ਕੀ ਲਿਖਿਆ ਕਿਉਂਕਿ ਜਿਸ ਤਰ੍ਹਾਂ ਯੂਨਾਨ 3 ਦਿਨ 3 ਰਾਤਾਂ ਮੱਛੀ ਦੇ ਪੇਟ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ 3 ਦਿਨ 3 ਰਾਤਾਂ ਧਰਤੀ ਦੇ ਪੇਟ ਵਿੱਚ ਰਹੂਗਾ ਸਵਾਲ ਇਹ ਆ ਕਿ ਜੇ ਜੀਸਸ ਸ਼ੁੱਕਰਵਾਰ ਸ਼ਾਮ ਨੂੰ ਮਰਦੇ ਆਪਣੀ ਆਤਮਾ ਦਿੰਦੇ ਆ ਐਤਵਾਰ ਸਵੇਰ ਨੂੰ ਉਹ ਜੀਂਦੇ ਹੁੰਦੇ ਤਾਂ 3 ਦਿਨ 3 ਰਾਤਾਂ ਕਿੱਦਾਂ ਬਣ ਗਈਆਂ ਇਹ ਹੈਗਾ ਈਸਟਰ ਦਾ ਰਿਵਾਜ ਪਰ ਤੁਹਾਨੂੰ ਮੈਂ ਹੁਣ ਦੱਸਾਂ ਪਾਸਓਵਰ ਦਾ ਹੁਕਮ ਕਿ ਸੱਚ ਹੈ ਕਿ ਜੀਸਸ 3 ਦਿਨ 3 ਰਾਤਾਂ ਰਹੇ 72 ਘੰਟੇ ਜ਼ਮੀਨ ਦੇ ਵਿੱਚ ਰਹੇ
ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਜੀਸਸ ਕ੍ਰਾਸ ਤੇ ਚੜ੍ਹਿਆ ਉਸ ਟਾਈਮ ਤੇ 2 ਸਾਬਤ ਇੱਕ ਹਫ਼ਤੇ ਦੇ ਵਿੱਚ ਸੀ। ਅਸੀਂ ਪੜ੍ਹਦੇ ਜੌਨ ਕੀ ਲਿਖਦਾ, ਦੇਖੋ ਇਹ ਦਿਨ ਤਿਆਰੀ ਦਾ ਦਿਨ ਸੀ, ਅਗਲਾ ਦਿਨ ਸਾਬਤ ਦਾ ਦਿਨ ਸੀ। ਯਹੂਦੀ ਨਹੀਂ ਸੀ ਚਾਹੁੰਦੇ ਲਾਸ਼ਾਂ ਸਲੀਬ ਤੇ ਟੰਗੀਆਂ ਰਹਿਣ, ਕਿਉਂਕਿ ਸਬਤ ਦਾ ਦਿਨ ਉਹਨਾਂ ਲਈ ਬਹੁਤ, ਇੱਥੇ ਲਿਖਿਆ ਖਾਸ ਅੰਗਰੇਜ਼ੀ 'ਚ ਲਿਖਿਆ, ਬਹੁਤ ਬੜਾ ਦਿਨ ਸੀ। ਉਹਦਾ ਮਤਲਬ ਉਹ ਆਮ ਸਾਬਤ ਨਹੀਂ ਸੀ, ਉਹ ਬੜਾ ਸਾਬਤ ਸੀ। ਕਿਹੜਾ ਬੜਾ ਸਾਬਤ? ਉਹ ਹਫ਼ਤੇ ਵਾਲਾ ਸਾਬਤ ਨਹੀਂ ਸੀ, ਉਹ ਸਾਲਾਨਾ ਸਾਬਤ ਸੀ, ਪਾਸਓਵਰ ਦਾ ਸਾਬਤ। ਅਤੇ ਹੁਣ ਮੈਂ ਤੁਹਾਨੂੰ ਸਬੂਤ ਦੇਣਾ ਕਿ ਸੱਚੀ 2 ਸਾਬਤ ਉਸ ਹਫ਼ਤੇ ਦੇ ਵਿੱਚ ਸੀਗੇ। ਦੇਖੋ ਮਾਰਕ ਕੀ ਕਹਿੰਦਾ, ਜਦ ਸਾਬਤ ਦਾ ਦਿਨ ਬੀਤ ਗਿਆ, ਉਹਨਾਂ ਦੋਨਾਂ ਚੋਂ ਇੱਕ ਸੱਚ ਬੋਲਦੇ ਕਿ ਝੂਠ ਬੋਲਦੇ ਆ, ਦੋਨੋਂ ਸੱਚ ਬੋਲਦੇ ਆ। ਉਹ ਕਹਿੰਦਾ ਕਿ ਸਾਬਤ ਦਾ ਦਿਨ ਚਲੇ ਗਿਆ ਤਾਂ ਮਰੀਅਮ ਮੈਗਦਲੀਨ, ਯਾਕੂਬ ਦੀ ਮਾਤਾ ਮਰੀਅਮ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਜਾ ਕੇ ਉਹਦੇ ਉੱਤੇ ਮੜਨ। ਅੱਛਾ, ਉਹਨੇ ਸੁਗੰਧਾਂ ਲਈਆਂ ਸਾਬਤ ਤੋਂ ਬਾਅਦ, ਪਰ ਲੂਕ ਕਹਿੰਦਾ ਨਹੀਂ, ਉਹਨੇ ਸੁਗੰਧਾਂ ਲਈਆਂ ਪਹਿਲਾਂ। ਕੌਣ ਸੱਚ ਬੋਲਦਾ? ਦੇਖੋ ਲੂਕ ਕੀ ਕਹਿੰਦਾ, ਤਾਂ ਉਹਨਾਂ ਘਰ ਆ ਕੇ ਸੁਗੰਧਾਂ ਅਤਰ ਨੂੰ ਤਿਆਰ ਕੀਤਾ ਅਤੇ ਸਾਬਤ ਦੇ ਦਿਨ ਪਰਮੇਸ਼ਵਰ ਦੇ ਹੁਕਮ ਅਨੁਸਾਰ ਆਰਾਮ ਕੀਤਾ। ਲੂਕਾ ਕਹਿੰਦਾ ਕਿ ਉਹਨੇ ਸਾਬਤ ਤੋਂ ਪਹਿਲਾਂ ਇਹ ਚੀਜ਼ਾਂ ਲਈਆਂ, ਮਾਰਕ ਕਹਿੰਦਾ ਨਹੀਂ, ਉਹਨੇ ਸਾਬਤ ਤੋਂ ਬਾਅਦ ਇਹ ਚੀਜ਼ਾਂ ਲਈਆਂ। ਕਿ ਇੱਕ ਜਣਾ ਝੂਠ ਬੋਲਦਾ? ਨਹੀਂ, ਦੋਨੋਂ ਸਬੂਤ ਦਿੰਦੇ ਕਿ 2 ਸਾਬਤ ਸੀ। ਇੱਕ ਸੀਗਾ ਸਾਲਾਨਾ ਸਾਬਤ, ਕਿ ਕਿਹੜੇ ਸਾਲ ਖਤਮ ਹੁੰਦਾ। ਹੁਣ ਅਸੀਂ ਜਾਣਦੇ ਕਿ ਸਾਡਾ ਸਾਲ ਕਦੇ ਸ਼ੁੱਕਰਵਾਰ ਨੂੰ ਖਤਮ ਹੁੰਦਾ। ਜੇ ਇਸ ਸਾਲ ਸ਼ੁੱਕਰਵਾਰ ਹੋਇਆ, ਅਗਲੇ ਸਾਲ ਸ਼ਨੀਚਰ ਹੋਣਾ, ਉਹ ਤੋਂ ਅਗਲੇ ਸਾਲ ਐਤਵਾਰ ਬਦਲਦੇ ਆ। ਤਾਂ ਜਦੋਂ ਸਾਲ ਖਤਮ ਹੁੰਦਾ ਉਹ ਹੈਗਾ ਸਾਲਾਨਾ ਸਾਬਤ, ਸਾਲ ਦਾ ਸਾਬਤ। ਅਤੇ ਉਸ ਟਾਈਮ ਤੇ ਸਾਲ ਦਾ ਸਾਬਤ ਵੀਰਵਾਰ ਨੂੰ ਪੈਂਦਾ। ਤਾਂ ਫਿਰ ਸ਼ੁੱਕਰਵਾਰ ਦਾ ਦਿਨ ਰਹਿ ਗਿਆ ਉਹਨਾਂ ਲਈ ਚੀਜ਼ਾਂ ਲੈਣ ਲਈ, ਕਿਉਂਕਿ ਸ਼ੁੱਕਰਵਾਰ ਦਾ ਸਾਬਤ ਸ਼ਾਮ ਨੂੰ ਪੈਂਦਾ, ਦਿਨ ਨੂੰ ਨਹੀਂ। ਸੋ ਇਹ ਸੱਚ ਆ ਕਿ ਸਾਬਤ ਦਾ ਮਾਰਕ ਦੇਖੋ, ਜਦ ਸਾਬਤ ਦਾ ਦਿਨ ਬੀਤ ਗਿਆ, ਉਹਦਾ ਮਤਲਬ ਜਿਹੜਾ ਸਾਲਾਨਾ ਸਾਬਤ ਹੈ ਵੀਰਵਾਰ ਸੀ, ਅਤੇ ਉਸ ਵੀਰਵਾਰ ਚਲੇ ਗਿਆ, ਸਾਬਤ ਚਲੇ ਗਿਆ। ਫਿਰ ਸ਼ੁੱਕਰਵਾਰ ਉਹਨੇ ਜਾ ਕੇ ਸੁਗੰਧਾਂ ਲੈ ਲਈਆਂ। ਪਰ ਪ੍ਰੋਬਲਮ ਹੋਰ ਇੱਕ ਹੋਰ ਸਾਬਤ ਆ ਰਿਹਾ, ਉਹਨੇ ਫਿਰ ਘਰ ਆਰਾਮ ਕੀਤਾ, ਜਿਹਦਾ ਲੂਕ ਕਹਿੰਦਾ। ਫਿਰ ਉਹਨੇ 2 ਸਾਬਤ ਸਾਲ ਦਾ ਸਾਬਤ। ਤਾਂ ਹੀ ਉਹ ਕਹਿੰਦਾ ਜੌਨ ਉਹ ਬੜਾ ਦਿਨ ਸੀ। ਉਹਦਾ ਮਤਲਬ ਆਮ ਸਾਬਤ ਨਹੀਂ ਸੀ, ਹਫ਼ਤੇ ਵਾਲਾ ਸਾਬਤ ਨਹੀਂ ਸੀ, ਉਹ ਪਾਸਓਵਰ ਦਾ ਸਾਬਤ ਸੀ, ਜਿਸ ਸਾਲ ਖਤਮ ਹੁੰਦਾ ਪਾਸਓਵਰ ਦਾ ਮਹੀਨਾ। ਤਾਂ ਹੁਣ ਜੇ ਅਸੀਂ ਗਿਣੀਏ ਕਿ ਜੀਸਸ ਬੁੱਧਵਾਰ ਸਲੀਬ ਤੇ ਚੜ੍ਹੇ, ਕਈ ਕੈਥਲਿਕ ਵਾਲੇ ਜਿਹੜੇ ਪੜ੍ਹੇ ਲਿਖੇ ਆ ਉਹ ਵੀ ਸ਼ੱਕ ਕਰਦੇ, ਉਹ ਵੀ ਕਹਿੰਦੇ ਕਦੇ ਹੋ ਨਹੀਂ ਸਕਦਾ ਜੀਸਸ ਸ਼ੁੱਕਰਵਾਰ ਮਰਿਆ ਪਰ ਬੁੱਧਵਾਰ। ਪਰ ਬਬਲੀ ਨੂੰ ਕਹਿੰਦੇ ਸ਼ੁੱਕਰਵਾਰ, ਪਰ ਉਹ ਬੁੱਧਵਾਰ ਮਰਿਆ, ਵੀਰਵਾਰ ਸਾਬਤ ਸੀ ਸਾਲਾਨਾ। ਤਾਂ ਹੀ ਕੀ ਕਹਿੰਦੇ ਪਾਇਲਟ ਕੋਲ ਜਾ ਕੇ, ਕੱਲ ਨੂੰ ਸਾਬਤ ਆ, ਇਹਦੀ ਦੇਹਾਂ ਨੂੰ ਲਾ ਦਿਓ ਕਿਉਂਕਿ ਕੱਲ ਤੱਕ ਉਹ ਰਹਿ ਨਹੀਂ ਸਕਦਾ। ਉਹ ਸਾਲਾਨਾ ਸਾਬਤ ਸੀ। ਸਾਲਾਨਾ ਸਾਬਤ ਕਦੀਆਂ ਦੇਹਾਂ ਰਹਿਣੀਆਂ ਨਹੀਂ ਚਾਹੀਦੀਆਂ। ਸੋ ਇੱਥੇ ਅਸੀਂ ਦੇਖਦੇ ਕਿ ਜੀਸਸ ਬੁੱਧਵਾਰ ਵਾਲੇ ਦਿਨ ਸਲੀਬ ਤੇ ਚੜ੍ਹਦੇ। ਸੋ ਫਿਰ ਤੁਸੀਂ ਦੇਖਿਆ ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ ਖਤਮ ਹੁੰਦਾ, ਐਤਵਾਰ ਆਉਂਦਾ, 3 ਦਿਨ 3 ਰਾਤਾਂ। ਤਾਂ ਇਹ ਵੀ ਨਹੀਂ ਪਤਾ ਕਿ ਜੀਸਸ ਐਤਵਾਰ ਕਦੋਂ ਜੀਂਦੇ ਹੋਏ। ਹੋ ਸਕੇ ਉਹ ਐਤਵਾਰ ਸਵੇਰੇ ਜਾਂ ਸ਼ਨੀਚਰਵਾਰ ਸ਼ਾਮ ਨੂੰ ਜੀਂਦੇ ਹੋਏ, ਪੂਰੇ 72 ਘੰਟੇ ਕਰਦੇ। ਬਾਈਬਲ ਇਹੀ ਕਹਿੰਦੀ ਜਦ ਤੀਸਰੇ ਦਿਨ ਗਿਆ ਉੱਥੇ ਹੈ ਨਸੂ, ਪਰ ਇਹ ਨਹੀਂ ਕਹਿੰਦੇ ਕਿ ਉਸ ਟਾਈਮ ਤੇ ਜੀਂਦਾ ਹੋਇਆ, ਪਰ ਉੱਥੇ ਹੈ ਨਸੂ। ਤਾਂ ਕਿ ਪੂਰੇ 72 ਘੰਟੇ, ਜਦੋਂ ਕਿਹਾ ਸੀ ਜੋਨਾ ਦੀ ਭਵਿੱਖਬਾਣੀ, 3 ਦਿਨ 3 ਰਾਤਾਂ ਪਰਮੇਸ਼ਵਰ ਦਾ ਬੇਟਾ ਧਰਤੀ ਵਿੱਚ ਰਹੂਗਾ। ਆਮੀਨ। ਜੀਸਸ ਨਾਮ ਦੁਆਰਾ ਪ੍ਰਭੂ ਸਭਨਾਂ ਨੂੰ ਛੂ। ਪਿਤਾ ਤੁਹਾਡਾ ਹੱਥ
ਇਹਨਾਂ ਨੂੰ ਛੂਏ। ਪਿਤਾ ਤੁਹਾਡੀ ਪਵਿੱਤਰ ਆਤਮਾ ਸਭ ਕੁਝ ਠੀਕ ਕਰੇ। ਜਿਹੜੇ ਬਿਮਾਰ ਉਹਨਾਂ ਦੀਆਂ ਬਿਮਾਰੀਆਂ ਨੂੰ ਦੂਰ ਲੈ ਜਾ। ਦੁਖੀਆਂ ਦੇ ਦੁੱਖਾਂ ਨੂੰ ਦੂਰ ਲੈ ਜਾ। ਸਾਰਿਆਂ ਲੋਕਾਂ ਜਿਨ੍ਹਾਂ ਲਈ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ, ਤੁਹਾਡੀ ਆਤਮਾ ਐਸੀ ਵੇਲੇ ਜਾਵੇ। ਉਹ ਪਾਸਓਵਰ ਦੇ ਮੇਮਣੇ ਜੋ ਜਾਨਾਂ ਬਚਾਉਂਦਾ, ਜਾਨਾਂ ਬਖਸ਼ਦਾ, ਜੀਵਨ ਦਾਨ ਦਿੰਦਾ, ਉਹਦੇ ਮੂਹਰੇ ਵੀ ਅਸੀਂ ਪ੍ਰਾਰਥਨਾ ਕਰਦੇ। ਜੀਸਸ, ਤੁਸੀਂ ਪਰਮੇਸ਼ਵਰ ਦੇ ਮੇਮਣੇ, ਤੁਸੀਂ ਪਾਸਓਵਰ ਦੇ ਮੇਮਣੇ। ਓ ਜੀਸਸ, ਮੈਂ ਪ੍ਰਾਰਥਨਾ ਕਰਦਾ ਜੀਸਸ ਨਾਮ ਦੁਆਰਾ ਸਭਨਾਂ ਨੂੰ ਛੂ। ਸ਼ੈਤਾਨੀ ਰੂਹਾਂ ਤੋਂ ਆਜ਼ਾਦ ਕਰ, ਲੋਕਾਂ ਦੀਆਂ ਆਤਮਾਵਾਂ ਨੂੰ ਬਚਾ। ਹੁਣ ਦੁਨੀਆ ਦੀ ਸਭ ਤੋਂ ਤਾਕਤਵਰ ਪ੍ਰਾਰਥਨਾ ਅਸੀਂ ਕਰ ਰਹੇ ਹਾਂ, ਉਹ ਪ੍ਰਾਰਥਨਾ ਜੋ ਜੀਂਦੇ ਰੱਬ ਨੇ ਆਪ ਆਪਣੇ ਸੇਵਕਾਂ ਨੂੰ ਦਿੱਤੀ। ਸਾਡੇ ਪਿਤਾ ਜੋ ਸਵਰਗ ਵਿੱਚ ਹੈ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ। ਤੁਹਾਡਾ ਰਾਜ ਆਵੇ, ਤੁਹਾਡੇ ਹੁਕਮਾਂ ਤੇ ਚੱਲਿਆ ਜਾਏ, ਜ਼ਮੀਨ ਤੇ ਜਿਸ ਤਰ੍ਹਾਂ ਸਵਰਗ ਵਿੱਚ। ਪਰਮੇਸ਼ਵਰ ਸਾਨੂੰ ਅੱਜ ਦਾ ਖਾਣਾ ਦਿਓ। ਸਾਡੇ ਪਾਪਾਂ ਨੂੰ ਮਾਫ ਕਰੋ, ਅਸੀਂ ਸਾਰਿਆਂ ਨੂੰ ਮਾਫ ਕਰਦੇ ਜਿਨ੍ਹਾਂ ਸਾਡੇ ਖਿਲਾਫ ਪਾਪ ਕੀਤੇ। ਸਾਨੂੰ ਪਰੀਖਿਆ ਵਿੱਚ ਪੈਣ ਤੋਂ ਬਚਾਓ, ਸਾਨੂੰ ਬੁਰਾਈ ਤੋਂ ਬਚਾਓ। ਤੁਹਾਡਾ ਹੈ ਰਾਜ, ਮਹਿਮਾ, ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ। ਪਿਤਾ ਯਹੋਵਾ, ਉਹਨਾਂ ਦਾ ਬੇਟਾ ਜੀਸਸ, ਪਵਿੱਤਰ ਆਤਮਾ ਦੀ ਸ਼ਕਤੀ, शांति, आशीर्वाद आवे जीसस नाम द्वारा। आमीन।